ਸ਼ੇਅਰ ਟੀਵੀ ਚੈਨਲ ਦੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਆਪਾਂ 2022 ਦੀਆਂ ਚੋਣਾਂ ਨੂੰ ਲੈ ਕੇ ਨਜ਼ਰੀਆ ਨੇਤਾ ਜੀ ਦੇ ਤਹਿਤ ਪ੍ਰੋਗਰਾਮ ਇਸ ਚੈਨਲ ਤੋਂ ਆਪਾਂ ਚਲਾਇਆ ਹੈਗਾ। ਉਸ ਪ੍ਰੋਗਰਾਮ ਦੇ ਤਹਿਤ ਆਪਾਂ ਨੇਤਾਵਾਂ ਦੇ ਨਾਲ ਤੁਹਾਡੀ ਮੁਲਾਕਾਤ, ਤੁਹਾਡੀ ਸਾਂਝ ਪਾਉਂਦੇ ਆ। ਉਹਨਾਂ ਦੇ ਨਜ਼ਰੀਏ ਤੋਂ ਪੰਜਾਬ ਦੇ ਵਿੱਚ ਉਹ ਕੀ ਕਰਨ ਜਾ ਰਹੇ ਨੇ, ਉਹ ਤੁਹਾਡੇ ਸਾਹਮਣੇ ਉਹਨਾਂ ਦਾ ਪੱਖ ਰੱਖਦੇ ਆ। ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ, ਰਵਾਇਤੀ ਪਾਰਟੀਆਂ ਨੇ ਆਪਣੇ ਨੁਮਾਇੰਦੇ ਹੈਗੇ ਆ, ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਹੈਗੇ ਆ। ਔਰ ਇੱਕ ਨਵਾਂ ਹੁਣ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਿਆ, ਜਿਹੜਾ ਕਿ ਕਿਸਾਨ ਮੋਰਚਾ ਦਿੱਲੀ ਕਨਵਰਟ ਹੋ ਕੇ ਸਮਾਜ ਮੋਰਚਾ ਬਣਿਆ, ਉਹਨਾਂ ਨੇ ਵੀ 117 ਸੀਟਾਂ ਤੇ ਆਪਣੇ ਜਿਹੜੇ ਨੁਮਾਇੰਦੇ ਆ ਉਹ ਉਤਾਰੇ ਹੈਗੇ ਨੇ। ਉਹਨਾਂ ਦੇ ਵਿੱਚੋਂ ਅੱਜ ਆਪਾਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ। ਬਟਾਲਾ ਸੀਟ ਤੋਂ ਜਿਹੜੇ ਨੁਮਾਇੰਦੇ ਨੇ ਅਲਖ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਕਹਿੰਦੇ ਕਤੌਲ ਸਾਹਿਬ ਨੂੰ ਪਤਾ ਵਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਅਲਖ ਸਾਹਿਬ, ਤੁਸੀਂ ਤੁਹਾਡੀ ਅੱਜ ਸਾਂਝ ਪਵਾ ਰਹੇ ਹਾਂ ਐਨਆਰਆਈਜ਼ ਦੇ ਨਾਲ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸੰਗਤਾਂ ਦੇ ਨਾਲ, ਪੰਜਾਬੀਆਂ ਦੇ ਨਾਲ, ਔਰ ਖਾਸ ਕਰ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਸੀਗੀ ਅੰਦੋਲਨ ਦੇ ਵਿੱਚ, ਉਹਨਾਂ ਲੋਕਾਂ ਦੀ ਪੁਰਜੋਰ ਮੰਗ ਸੀ ਕਿ ਜਿੰਨੇ ਵੀ ਆਪਣੇ ਜਿਹੜੇ ਨੁਮਾਇੰਦੇ ਹੈਗੇ ਨੇ ਸਮਾਜ ਮੋਰਚੇ ਦੀ, ਉਹਨਾਂ ਦੀ ਲਾਈਵ ਸਾਡੇ ਨਾਲ ਸਾਂਝ ਪਵਾਈ ਜਾਵੇ। ਸੋ ਤੁਹਾਨੂੰ ਉਹ ਲੋਕਾਂ ਦੇ ਰੂਬਰੂ ਕੀਤਾ ਜਾ ਰਿਹਾ। ਤੇ ਅਲਖ ਸਾਹਿਬ, ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਕਿ ਤੁਹਾਨੂੰ ਜਿਹੜੀ ਨੁਮਾਇੰਦਗੀ ਮਿਲੀ ਹੈਗੀ ਆ ਬਟਾਲਾ ਤੋਂ। ਤੇ ਜੇ ਤੁਹਾਡਾ ਪਹਿਲਾਂ ਤੇ ਇਹ ਸਵਾਲ ਹੈ ਕਿ ਤੁਹਾਡਾ ਏਜੰਡਾ ਕੀ ਹੋਏਗਾ? ਵੇਖੋ ਜੀ, ਏਜੰਡਾ ਇਹੀ ਆ ਕਿ ਜਿਹੜਾ ਇੱਥੇ ਲੈਂਡ ਮਾਫੀਆ, ਨਸ਼ੇ ਦਾ, ਬੇਰੁਜ਼ਗਾਰੀ ਦਾ ਤੇ ਹਰ ਨੌਜਵਾਨ ਧੱਕੇ ਖਾਣ ਡਿਆ, ਜਿਹਦੇ ਵਾਸਤੇ ਅਸੀਂ 1.25 ਸਾਲ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਪੰਜਾਬ 'ਚ ਧੱਕੇ ਖਾਦੇ ਆ, ਉਹ ਸਾਡਾ ਮੇਨ ਏਜੰਡਾ ਇਹੋ ਹੀ ਆ ਵੀ ਜਿਹੜੀ ਸਾਡੀ ਮੈਡੀਕਲ ਸਹੂਲਤ ਆ, ਜਿਹੜੀ ਉਹ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ। ਜੇ ਸਾਡਾ ਕੋਈ ਬਿਮਾਰ ਹੋ ਜਾਂਦਾ ਤੇ ਸਾਨੂੰ ਲੱਖਾਂ ਰੁਪਏ ਜਿਹੜੇ ਹਸਪਤਾਲਾਂ 'ਚ ਲੱਗਦੇ ਆ। ਸਕੂਲੇ ਪੜ੍ਹਨ ਵਾਸਤੇ ਜਿਹੜੇ ਕਾਲਜ ਆ, ਵਧੀਆ ਵਧੀਆ ਕਾਲਜ ਚਾਹੀਦੇ ਆ, ਜਿਹੜੇ ਸਰਕਾਰੀ ਹੋਣੇ ਚਾਹੀਦੇ, ਜਿਹਦੇ ਵਾਸਤੇ ਸਾਨੂੰ ਲੱਖਾਂ ਰੁਪਏ ਜਿਹੜੇ ਆ ਉਹ ਪੜ੍ਹਾਈ ਤੇ ਸਾਡੇ ਨੁਕਸਾਨ ਹੋਣ ਡੇ। ਬਾਕੀ ਵੱਡੇ ਵੱਡੇ ਮਾਫੀਏ ਚੱਲਣ ਡੇ ਆ, ਇਹ ਮਾਈਨਿੰਗ ਮਾਫੀਆ ਲਾ ਲਓ ਤੁਸੀਂ, ਇਹ ਆੜੇ ਠੇਕੇਦਾਰ, ਜਿੰਨੇ ਵੀ ਮਾਫੀਏ, ਸਾਰਿਆਂ ਨੂੰ ਬੰਦ ਕਰਾਉਣ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ ਸਾਡਾ ਸਿਰਫ ਮੇਨ ਏਜੰਡਾ ਇਹ ਆ ਵੀ ਪੰਜਾਬ ਨੂੰ ਬਚਾਈਏ। ਆਪਾਂ ਕਿਹੜੇ ਤਰੀਕੇ ਨਾਲ ਬਚਾ ਸਕਦੇ ਹਾਂ? ਇੱਥੇ ਮੇਨ ਜਿਹੜੀਆਂ ਪਾਰਟੀਆਂ ਆ ਰਹੀਆਂ, ਕੋਈ ਕਹਿੰਦਾ ਤੁਹਾਨੂੰ 1000 ਰੁਪਏ ਦੇ ਦਾਂਗੇ ਜੀ, ਕੋਈ ਕਹਿੰਦਾ ਤੁਹਾਨੂੰ 200 ਯੂਨਿਟ ਫ੍ਰੀ ਕਰ ਦਾਂਗੇ, ਕੋਈ ਵੀ ਇਹ ਨਹੀਂ ਕਹਿ ਰਿਹਾ ਵੀ ਤੁਹਾਡੇ ਜਿਹੜੇ ਆਉਣ ਵਾਲੇ ਬੱਚੇ, ਇਹਨਾਂ ਵਾਸਤੇ ਕੀ ਕਰਾਂਗੇ, ਇਹਨਾਂ ਵਾਸਤੇ ਰੋਜ਼ਗਾਰ ਕਿੱਥੋਂ ਪੈਦਾ ਕਰਾਂਗੇ, ਇਹ ਬੱਚਿਆਂ ਵਾਸਤੇ ਤੁਹਾਡੇ ਜਿਹੜੇ ਆ ਇਹਨਾਂ ਨੂੰ ਮੈਡੀਕਲ ਸਹੂਲਤ ਕੀ ਕਰਾਵਾਂਗੇ, ਜਿਹੜੇ ਤੁਹਾਡੇ ਬੱਚੇ ਇਹਨਾਂ ਨੂੰ ਕਿਹੜੇ ਕਾਲਜ ਦੀ ਵਧੀਆ ਪੜ੍ਹਾਈ ਕਿੱਥੋਂ ਕਰਾਵਾਂਗੇ, ਇਹ ਕੋਈ ਨਹੀਂ ਕਹਿ ਰਿਹਾ। ਸਿਰਫ ਇਹ ਝੂਠੇ ਵਾਅਦੇ ਕੀਤੇ ਜਾਂਦੇ ਵੀ ਤੁਹਾਨੂੰ 1000 ਰੁਪਇਆ ਪਾ ਦਾਂਗੇ ਜੀ ਤੁਹਾਡੇ ਖਾਤਿਆਂ 'ਚ, ਤੁਹਾਨੂੰ 200 ਯੂਨਿਟ ਦੇ ਦਾਂਗੇ ਜੀ, ਤੁਹਾਨੂੰ ਇਹ ਕਰ ਦਾਂਗੇ। ਇਹ ਜਿਹੜੇ ਇਹ ਵਿੱਚ ਜਿਹੜੀ ਗੁੰਮਰਾਹ ਕਰਨ ਦੀਆਂ ਪਾਰਟੀਆਂ, ਉਹਨਾਂ ਦੇ ਸੰਬੰਧ ਵਿੱਚ ਅਸੀਂ ਸਾਰੇ ਹੀ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸੰਯੁਕਤ ਸਮਾਜ ਮੋਰਚੇ ਦੀ ਮਦਦ ਕਰੋ, ਤਗੜੇ ਹੋ ਕੇ ਕਾਮਯਾਬ ਕਰਾਓ ਤੇ ਸਾਹੀ ਇਹ ਜਿਹੜੀਆਂ ਜਿੰਨੇ ਵੀ ਮਾਫੀਏ ਬੰਦ ਕਰੀਏ ਤੇ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਉਹਨੂੰ ਬਚਾਈਏ। ਸੋ ਮੇਨ ਏਜੰਡਾ ਤੁਹਾਡਾ ਮਾਫੀਆ, ਚਾਹੇ ਲੈਂਡ ਮਾਫੀਆ, ਚਾਹੇ ਉਹ ਸੈਂਡ ਮਾਫੀਆ, ਚਾਹੇ ਉਹ ਸ਼ਰਾਬ ਮਾਫੀਆ, ਲੀਕਰ ਮਾਫੀਆ, ਸੋ ਉਹਨੂੰ ਖਤਮ ਕਰਨਾ ਤੇ ਬ੍ਰੇਨ ਡਰੇਨ ਜਿਹੜਾ ਸਾਡਾ ਹੋ ਰਿਹਾ, ਨੌਜਵਾਨੀ ਸਾਡੀ ਇੱਥੋਂ ਹਿਜਰਤ ਕਰ ਰਹੀ ਹੈ, ਵਿਦੇਸ਼ਾਂ ਵੱਲ ਜਾ ਰਹੀ ਹੈ, ਉਸ ਬ੍ਰੇਨ ਡਰੇਨ ਦੇ ਦੌਰਾਨ ਕਰੋੜਾਂ ਨਹੀਂ ਅਰਬਾਂ ਖਰਬਾਂ ਰੁਪਈਆ ਜਿਹੜਾ ਵਿਦੇਸ਼ਾਂ ਵੱਲ ਜਾ ਰਿਹਾ। ਸੋ ਅਲਖ ਸਾਹਿਬ, ਉਹਨਾਂ ਨੂੰ ਉਸ ਸਾਰੇ ਕੁਝ ਨੂੰ ਬਚਾਉਣ ਵਾਸਤੇ, ਖਾਸ ਕਰ ਮੈਂ ਬ੍ਰੇਨ ਡਰੇਨ ਦੀ ਗੱਲ ਕਰਾਂ ਤਾਂ ਉਸ ਸਾਰੇ ਕੁਝ ਨੂੰ ਬਚਾਉਣ ਵਾਸਤੇ ਕੇਵਲ ਤੇ ਕੇਵਲ ਆਪਣੇ ਏਰੀਏ ਨੂੰ ਲੈ ਲਓ, ਬਟਾਲਾ ਨੂੰ। ਤੁਸੀਂ ਇਹ ਅੰਕੜੇ ਇਕੱਠੇ ਕੀਤੇ ਨੇ ਕਿ ਕਿੰਨੇ ਪਰਸੈਂਟ ਨੌਜਵਾਨ ਜਿਹੜੇ ਬਾਹਰ ਜਾਣ ਲਈ ਤਿਆਰ ਨੇ ਤੇ ਕਿੰਨੇ ਕੁ ਪਹੁੰਚ ਚੁੱਕੇ ਨੇ ਬਾਹਰ? ਉਸ ਨੂੰ ਕਿਵੇਂ ਬਚਾਵੋਗੇ? ਵੇਖੋ ਜੀ, ਲਗਭਗ ਤੇ ਜਿੰਨੇ ਨੌਜਵਾਨ ਜਿਨ੍ਹਾਂ +2 ਕਰ ਲਈ ਆ, ਉਹ ਟੋਟਲੀ ਆਈਲੈਟਸ ਕਰਨ ਦੇ ਆ ਕਿ ਕਿਸ ਤਰ੍ਹਾਂ ਅਸੀਂ ਬਾਹਰ ਨਿਕਲ ਜਾਈਏ ਜੀ, ਇੱਥੇ ਬਹੁਤ ਮਾੜਾ ਹਾਲ ਆ। ਤੁਸੀਂ ਇਹ ਜੇ ਸਾਰੇ ਨੌਜਵਾਨ
ਜਿਹੜੇ ਤੇ ਪੜ੍ਹ ਸਕਦੇ ਆ ਪੜ੍ਹ ਕੇ ਬਾਹਰ ਚਲ ਗਏ, ਜਿਹੜੇ ਇੱਥੇ ਤੁਰੇ ਫਿਰਦੇ ਆ ਉਹ ਨਸ਼ਿਆਂ ਤੇ ਲੱਗ ਗਏ ਆ। ਉਹ ਬਿਲਕੁਲ ਜੀ। ਕਰਦੀਆਂ ਕਰਦੇ ਤੁਰੇ ਫਿਰਦੇ, ਕੋਈ ਕੰਮ ਹੀ ਹੈ ਨਹੀਂ। ਜੇ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਗਲੀਆਂ 'ਚ ਕਿਉਂ ਭੱਜੇ ਫਿਰਦੇ ਹੋ, ਕਹਿੰਦੇ ਕੋਈ ਕੰਮ ਨਹੀਂ, ਕੋਈ ਕਾਰੋਬਾਰ ਨਹੀਂ ਰਹਿ ਗਿਆ, ਕੋਈ ਇੰਡਸਟਰੀ ਨਹੀਂ ਬਚੀ ਜਿਹਦੇ ਤੇ ਜਾ ਕੇ ਅਸੀਂ ਕੋਈ ਕੰਮ ਕਰ ਲਈਏ। ਕੋਈ ਇੰਡਸਟਰੀ ਹੋਵੇ ਜਾਂ ਉਹਦੇ ਵਿੱਚ ਸਾਨੂੰ ਕੋਈ ਨੌਕਰੀ ਮਿਲ ਜੇ, ਜਾਂ ਪ੍ਰਾਈਵੇਟ ਜਾਂ ਸਰਕਾਰੀ। ਪਰ ਇੱਥੇ ਹਾਲ ਇੰਨਾ ਮਾੜਾ ਵਾ ਵੀ ਪੂਰਾ ਦਾ ਪੂਰਾ ਮੈਂ ਬਟਾਲਾ ਸ਼ਹਿਰ ਫਿਰਿਆ, ਸ਼ਹਿਰ ਵਿੱਚ ਇੰਨੀ ਬੇਰੁਜ਼ਗਾਰੀ ਵੱਧ ਗਈ ਆ ਕਿ ਇਹ ਦਿਨ ਦਿਹਾੜੇ ਜਿਹੜੇ ਆ ਉਹ ਡਾਕੇ ਪੈਣ ਡੇ ਆ, ਦਿਨ ਦਿਹਾੜੇ ਲੁੱਟਾਂ ਖੋਹਾਂ ਹੋਣ ਡੀਆਂ, ਸਭ ਕੁਝ ਹੋ ਰਿਹਾ ਤੇ ਇਹ ਸਰਕਾਰਾਂ ਦੀ ਮਿਲੀ ਭੁਗਤ ਹੋ ਰਿਹਾ। ਇਹ ਕਰਕੇ ਅਸੀਂ ਤੇ ਸਿਰਫ ਬੇਨਤੀ ਕਰਦੇ ਹਾਂ ਵੀ ਸਾਨੂੰ ਇਹ ਜਿਹੜੀ ਬਟਾਲੇ ਹਲਕੇ ਦੀ ਕਮਾਂਡ ਆ ਉਹ ਇੱਕ ਵਾਰੀ ਸੌਂਪੋ, ਸਾਰੇ ਜਾਣੇ ਵੋਟ ਪਾ ਕੇ ਕਾਮਯਾਬ ਕਰੋ ਤੇ ਇਹ ਜਿੰਨੇ ਸਾਡੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਨ ਡੇ ਆ ਇਹਨਾਂ ਨੂੰ ਵਾਸਤੇ ਕੋਈ ਰੋਜ਼ਗਾਰ ਪੈਦਾ ਕਰੀਏ। ਬਟਾਲੇ ਵਿੱਚ ਬਹੁਤ ਜ਼ਿਆਦਾ ਇੰਡਸਟਰੀਆਂ ਜਿਹੜੀਆਂ ਇਹ ਵੇਲੇ ਬਿਲਕੁਲ ਸਾਰੀਆਂ ਫੇਲ ਹੋ ਗਈਆਂ ਇੰਡਸਟਰੀਆਂ, ਜਿਨ੍ਹਾਂ ਦੇ ਵਿੱਚ ਕੋਈ ਵੀ ਇੰਡਸਟਰੀ 'ਚ ਕੋਈ ਕੰਮ ਕਰਨ ਵਾਲਾ ਨਹੀਂ ਰਹਿ ਗਿਆ, ਕੋਈ ਇੰਡਸਟਰੀ ਸਵਾਲ ਨਾਲ ਚੱਲਣ ਹੀ ਨਹੀਂ, ਆਪੋ ਆਪਣਾ ਗੁਜ਼ਾਰਾ ਕਰਨ ਦੇ ਲੋਕ, ਦਿਹਾੜੀ ਜੇ ਕੋਈ ਮਿਲ ਜਾਂਦੀ ਤੇ ਲਾ ਲੈਂਦੇ ਆ, ਨਹੀਂ ਤੇ ਸੜਕਾਂ ਤੇ ਬੈਠੇ ਹੁੰਦੇ। ਇੱਥੇ ਚੌਂਕਾਂ ਤੇ ਦੇਖ ਲਓ ਹਜ਼ਾਰਾਂ ਲੋਕ ਸਵੇਰੇ ਸਵੇਰੇ ਚੌਂਕਾਂ ਤੇ ਖੜੇ ਆ ਦਿਹਾੜੀ ਲਾਉਣ ਵਾਸਤੇ, ਜਿਨ੍ਹਾਂ ਵਾਸਤੇ ਕੋਈ ਰੋਜ਼ਗਾਰ ਨਹੀਂ। ਤੇ ਇਹ 72 ਸਾਲਾਂ ਤੋਂ ਜਿਨ੍ਹਾਂ ਨੇ ਰਾਜ ਭਾਗ ਕੀਤਾ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਕਾਮਯਾਬ ਕੀਤਾ, ਅਜੇ ਤੱਕ ਸਾਡੇ ਵਾਸਤੇ ਰੋਜ਼ਗਾਰ ਪੈਦਾ ਨਹੀਂ ਕਰ ਸਕੇ। ਤੇ ਸਾਨੂੰ ਨਸ਼ਿਆਂ ਤੇ ਲਾਉਣ ਵਾਸਤੇ ਇਹਨਾਂ ਨੇ ਸਿਰਫ ਇਹ ਆ ਵੀ ਸਾਡੇ ਘਰ ਘਰ ਵਪਾਰ ਇਹ ਚੱਲਣ ਡਿਆ ਵੀ ਹਰ ਘਰ 'ਚ ਨਸ਼ਾ ਮਿਲ ਸਕਦਾ। ਜਿੰਨੇ ਸਾਡੇ ਨੌਜਵਾਨ ਆ ਉਹਨਾਂ ਨੂੰ ਇਹ ਗੁੰਮਰਾਹ ਕਰਨ ਵਾਲਾ ਜਿਹੜਾ ਕੰਮ ਉਹ ਜ਼ਰੂਰ ਹੋ ਰਿਹਾ, ਪਰ ਨੌਜਵਾਨਾਂ ਵਾਸਤੇ ਕੋਈ ਵੀ ਰੁਜ਼ਗਾਰ ਪੈਦਾ ਨਹੀਂ ਕਰ ਸਕੇ। ਇਹ ਕਰਕੇ ਬੇਨਤੀ ਆ ਵੀ ਰੁਜ਼ਗਾਰ ਪੈਦਾ ਕਰਨਾ, ਤੇ ਅਸੀਂ ਜ਼ਮੀਨ ਨਾਲ ਜੁੜੇ ਹੋਏ ਆ, ਕਿਸਾਨ ਤੇ ਮਜ਼ਦੂਰ ਤੇ ਦੁਕਾਨਦਾਰ, ਜਿਹੜੇ ਅਸੀਂ ਲੜਾਈ ਲੜੀ ਆ ਆਪਣੇ ਦਿੱਲੀ ਵੀ ਇਸੇ ਕਰਕੇ ਲੜਾਈ ਲੜੀ ਵੀ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਦੀ ਲੜਾਈ ਆ, ਸਾਡੀ ਜ਼ਮੀਨ ਦੀ, ਸਾਡੀ ਜ਼ਮੀਰ ਦੀ ਤੇ ਸਾਡੀ ਆਉਣ ਵਾਲੇ ਭਵਿੱਖ ਦੀ ਲੜਾਈ ਆ। ਤੇ ਇਹਨੂੰ ਲੜਾਈ ਨੂੰ ਅਸੀਂ ਤਾਂ ਬਚਾਉਣ ਵਾਸਤੇ ਹੀ ਉੱਥੇ 1.25 ਸਾਲ ਲਾਇਆ। ਹੁਣ ਵੀ ਅਸੀਂ ਇਹਨਾਂ ਜਿਹੜੇ ਸਾਡੇ NRI ਵੀਰ ਆ, ਜਿਹੜੇ ਸਾਡੇ ਜਿਹੜੇ ਚਾਹੁੰਦੇ ਸੀ ਵੀ ਜਿਹੜੇ ਚੰਗੇ ਕਿਰਦਾਰ ਵਾਲੇ ਮਿਹਨਤੀ ਲੋਕ ਉਹ ਸਿਆਸਤ ਚਾਹੁਣ, ਉਹਨਾਂ ਕਰਕੇ ਸਿਆਸਤ 'ਚ ਆਏ ਆ ਵੀ ਅਸੀਂ ਕਹਿੰਦੇ ਸਾਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਅਸੀਂ ਤੁਹਾਨੂੰ ਇਹ ਜਿੰਨੇ ਵੀ ਮਾਫੀਏ ਤੁਰੇ ਫਿਰਦੇ ਆ ਇਹਨਾਂ ਮਾਫੀਆ ਨੂੰ ਭਜਾਈਏ ਇੱਥੋਂ ਪੰਜਾਬ 'ਚੋਂ ਤੇ ਨਵਾਂ ਪੰਜਾਬ ਸਿਰਜੀਏ ਤੇ ਪੰਜਾਬ ਨੂੰ ਬਚਾਈਏ। ਇਹ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਤਗੜੇ ਹੋ ਕੇ ਮਦਦ ਕਰੋ। ਹੁਣ ਤੱਕ ਜਿੰਨੀਆਂ ਰਵਾਇਤੀ ਪਾਰਟੀਆਂ ਆਈਆਂ ਉਹਨਾਂ ਕਿਸੇ ਵੀ ਇੱਕ ਪਾਰਟੀ ਨੂੰ ਤੁਸੀਂ ਸਪੋਰਟ ਕਰਦੇ ਰਹੇ ਹੋ? ਕਿਹੜੀ ਪਾਰਟੀ ਨੂੰ ਤੁਸੀਂ ਹੁਣ ਤੱਕ ਸਪੋਰਟ ਕਰਦੇ ਰਹੇ ਹੋ? ਦੇਖੋ ਜੀ, ਸਾਰੀਆਂ ਪਾਰਟੀਆਂ ਨੂੰ ਸਪੋਰਟ ਕਰਕੇ ਦੇਖਿਆ ਅਸੀਂ, ਕਾਂਗਰਸ ਨੂੰ ਵੀ ਅਸੀਂ ਵੋਟਾਂ ਪਾਈਆਂ, ਅਕਾਲੀ ਦਲ ਨੂੰ ਵੀ ਪਾਈਆਂ, ਪਿਛਲੇ ਸਾਲ ਲੋਕਾਂ ਨੇ ਝਾੜੂ ਨੂੰ ਵੀ ਵੋਟਾਂ ਪਾਈਆਂ, ਸਾਰਿਆਂ ਨੂੰ ਪਾਈਆਂ। ਜਿਹੜੇ ਜਿੰਨੀਆਂ ਵੀ ਪਾਰਟੀਆਂ ਦੇ ਝਾੜੂ ਵਾਲੇ ਆ ਤੇ ਉਹ ਵੀ ਦਿੱਲੀ ਤੋਂ ਚੱਲਣ ਡਏ ਆ, ਉਹ ਵੀ ਇੱਕ BJP ਦਾ ਬੀ ਪਾਰਟ ਸਮਝ ਲਓ ਵੀ ਜਿਹੜਾ ਕੇਜਰੀਵਾਲ ਆ ਉਹ ਵੀ ਇੱਕ ਮੋਦੀ ਵਾਲੀ ਜਿਹੜੀ ਉਹਦੀ ਸੋਚ ਆ ਵੀ ਜੋ ਤੁਸੀਂ ਆਪਾਂ ਦਿੱਲੀ ਵੇਖਿਆ ਹੀ ਆ ਸਾਡੀ ਕਿੰਨੀ ਕਿ ਦਿੱਲੀ 'ਚ ਉਹਨਾਂ ਨੇ ਮਦਦ ਕੀਤੀ ਹੈ। ਇਹ ਸਾਰਾ ਕੁਛ ਸਾਰੀਆਂ ਜਿਹੜੀਆਂ ਪਾਰਟੀਆਂ, ਤਿੰਨੋਂ ਪਾਰਟੀਆਂ ਨੂੰ ਲਗਭਗ ਅਸੀਂ ਵੋਟਾਂ ਪਾ ਕੇ ਦੇਖੀਆਂ। ਕੋਈ ਵੀ ਜਿਹੜਾ ਵਾ ਉਹ ਨਾ ਮਜ਼ਦੂਰਾਂ ਵਾਸਤੇ, ਨਾ ਕਿਸਾਨਾਂ ਵਾਸਤੇ, ਨਾ ਦੁਕਾਨਦਾਰਾਂ ਵਾਸਤੇ, ਸਿਰਫ ਤੇ ਸਿਰਫ ਇਹਨਾਂ ਨੇ ਆਪਣੇ ਹੀ ਕਾਰੋਬਾਰ ਚਲਾਉਣ ਵਾਸਤੇ ਇਹ ਸਿਆਸਤ ਕਰ ਰਹੇ ਆ। ਨਾ ਕਿਸੇ ਵਾਸਤੇ ਰੋਜ਼ਗਾਰ ਪੈਦਾ ਕਰ ਸਕਿਆ ਤੇ ਨਾ ਹੀ ਆਪਣੇ ਬੱਚਿਆਂ ਵਾਸਤੇ ਕੋਈ ਵਧੀਆ ਕਾਲਜ ਲਿਆ ਸਕੇ ਆ, ਨਾ ਮੈਡੀਕਲ ਕੋਈ ਸਹੂਲਤ ਲਿਆ ਸਕੇ ਆ। ਸਾਡੇ ਜਿਹੜੇ ਜੇ ਕਿਸੇ ਨੂੰ ਕੋਈ ਮੰਨ ਲਓ ਐਮਰਜੈਂਸੀ ਰਾਤ ਨੂੰ ਕੋਈ ਅਟੈਕ ਆ ਜਾਂਦਾ ਜਾਂ ਕੋਈ ਬਿਮਾਰ ਹੋ ਜਾਂਦਾ ਤੇ ਸਾਨੂੰ ਮਹਿੰਗੇ ਹਸਪੀਟਲਾਂ, ਪ੍ਰਾਈਵੇਟ ਹਸਪੀਟਲਾਂ ਜਾ ਕੇ ਇਲਾਜ ਕਰਾਉਣਾ ਪੈਂਦਾ। ਸਰਕਾਰੀ ਹਸਪੀਟਲਾਂ ਦੇ ਵਿੱਚ ਤੇ ਸਿਰਫ ਇੱਕ ਰੈਫਰ ਕਰਨ ਵਾਸਤੇ, ਪਰਚੀਆਂ ਲਿਖਣ ਵਾਸਤੇ ਸਿਰਫ ਬੰਦੇ ਰੱਖੇ ਇਹਨਾਂ ਨੇ, ਕੋਈ ਵੀ ਕਿਸੇ ਦਾ ਵੀ ਕੋਈ ਸਹੂਲਤ ਨਹੀਂ ਇਹਨਾਂ ਨੇ ਪੈਦਾ ਕਰ ਸਕੇ। ਦਾ ਸਵਾਲ ਹੈ ਕਿ ਬਟਾਲਾ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਹੋ ਜਿੱਤ ਕੇ ਸੰਯੁਕਤ ਸਮਾਜ ਮੋਰਚੇ ਵੱਲੋਂ, ਬਟਾਲਾ ਸ਼ਹਿਰ ਦੇ ਵਾਸਤੇ ਤੁਸੀਂ ਕਿਹੜੀਆਂ ਨੀਤੀਆਂ ਲੈ ਕੇ ਆਉਂਗੇ, ਪਾਲਿਸੀ ਲੈ ਕੇ ਆਉਂਗੇ? ਮੰਨ ਲਓ ਜਿਵੇਂ ਰੁਜ਼ਗਾਰ ਦੀ ਆਪਾਂ ਗੱਲ ਕੀਤੀ ਆ, ਅਨਪਲਾਈਮੈਂਟ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਹੈ ਇੱਥੇ, ਤੁਸੀਂ ਖੁਦ ਦੱਸਿਆ ਕਿ ਉੱਥੇ ਤੁਸੀਂ ਜਿਹੜਾ ਰੇਸ਼ੋ ਦੇਖੇ ਨੇ ਉਹਦੇ ਵਿੱਚ ਬਟਾਲਾ ਸ਼ਹਿਰ ਦੇ ਵਿੱਚ ਲੋਕ ਜਿਹੜੇ ਨੌਜਵਾਨ ਨੇ ਕਿੱਦਾਂ ਬੇਰੁਜ਼ਗਾਰੀ ਦੇ ਨਾਲ ਲੜ ਰਹੇ ਨੇ, ਘੁਲ ਰਹੇ ਨੇ, ਭੁੱਖ ਦੇ ਨਾਲ ਘੁਲ ਰਹੇ ਨੇ, ਕੁਝ ਬਾਹਰ ਜਾ ਰਹੇ ਨੇ, ਉਹਦੇ ਵਾਸਤੇ ਕੀ ਇੰਡਸਟਰੀ? ਜੀ
ਜੀ ਬਟਾਲਾ ਸ਼ਹਿਰ ਦੀਆਂ ਬਹੁਤ ਪ੍ਰੋਬਲਮਾਂ ਵਾ, ਡਿਵੈਲਪਮੈਂਟ ਵੱਲੋਂ ਵੀ ਪ੍ਰੋਬਲਮ ਆ ਤੇ ਇੰਡਸਟਰੀ ਨੂੰ ਵੀ ਬਹੁਤ ਤਗੜੀ ਪ੍ਰੋਬਲਮ ਆ ਤੇ ਨੌਜਵਾਨਾਂ ਨੂੰ ਵੀ ਬਹੁਤ ਵੱਡੀ ਪ੍ਰੋਬਲਮ ਆ। ਇਹ ਮੈਂ ਦੇਖਿਆ ਬਟਾਲੇ ਸ਼ਹਿਰ 'ਚ ਨੌਜਵਾਨ ਵੀ ਜਿਹੜੇ ਸੜਕਾਂ ਦੇ ਘੁੰਮਣ ਡਏ ਆ ਉਹਨਾਂ ਵਾਸਤੇ ਵੀ ਕੋਈ ਰੁਜ਼ਗਾਰ ਨਹੀਂ। ਇੰਡਸਟਰੀ ਬਿਲਕੁਲ ਫੇਰ ਹੋ ਗਈ ਆ। ਇੰਡਸਟਰੀ ਜਿਹੜੀ ਆ ਉਹ ਨਹੀਂ, ਤੁਸੀਂ ਉਹਨਾਂ ਨੂੰ ਇੰਡਸਟਰੀ ਕਿਹੜਾ ਰੁਜ਼ਗਾਰ ਲੈ ਕੇ ਆਉਂਗੇ? ਕਿਉਂਕਿ ਰੁਜ਼ਗਾਰ ਦੋ ਤਰ੍ਹਾਂ ਦੇ, ਇੱਕ ਤਾਂ ਪਰਮਾਨੈਂਟ ਜਿਹੜਾ ਖੇਤੀਬਾੜੀ ਦਾ, ਦੂਸਰਾ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਇਹ, ਐਗਰੀਕਲਚਰ ਲੈਂਡ ਸਾਡੇ ਕੋਲ ਹੈਗੀ ਹੈ ਕਾਫੀ ਵੱਡੀ ਤਾਦਾਦ ਦੇ ਵਿੱਚ। ਮੈਂ ਇੱਕ ਕਿਸਾਨ ਲੀਡਰ ਨੂੰ ਸੁਣ ਰਹੀ ਸੀ, ਉਹ ਵੀ 17 ਲੱਖ ਏਕੜ ਜ਼ਮੀਨ ਬੇਆਬਾਦ ਪਈ ਆ ਤੇ ਉਹ ਕੁਝ ਜਿਹੜੀ ਅਫਸਰਾਂ ਦੇ ਤੇ ਕੁਝ ਨੇਤਾਵਾਂ ਦੇ ਕਬਜ਼ੇ ਦੇ ਵਿੱਚ ਆ ਕਿ ਉਹਨੂੰ ਛੁਡਵਾ ਕੇ ਉਹਨਾਂ ਲੋਕਾਂ ਜਿਹੜੇ ਲੈਂਡਲੈਸ ਹੈਗੇ ਨੇ, ਜਿਨ੍ਹਾਂ ਕੋਲ ਜ਼ਮੀਨ ਨਹੀਂ, ਉਹਨਾਂ ਨੂੰ ਦੇਣ ਵਾਲਾ ਕੋਈ ਉਪਰਾਲਾ ਕਰੋਗੇ ਕਿ ਇਹ ਵੀ ਰੋਜ਼ਗਾਰ ਦੀ ਕੈਟਾਗਰੀ ਦੇ ਵਿੱਚ ਹੀ ਆ ਜਾਂਦਾ? ਬਿਲਕੁਲ ਜੀ, ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਣਗੇ ਉਹ ਸਾਰੇ ਹੀ ਆਪਾਂ ਕਬਜ਼ੇ ਵੀ ਛਡਾਵਾਂਗੇ, ਰੁਜ਼ਗਾਰ ਵੀ ਪੈਦਾ ਕਰਾਂਗੇ, ਇੰਡਸਟਰੀ ਵੀ ਚਲਾਵਾਂਗੇ ਤੇ ਆਪਣੇ ਆਉਣ ਵਾਲੇ ਜਿਹੜਾ ਭਵਿੱਖ ਆ ਸਾਡੇ ਬੱਚਿਆਂ ਦਾ, ਉਹਨਾਂ ਵਾਸਤੇ ਰੁਜ਼ਗਾਰ ਪੈਦਾ ਕਰਾਂਗੇ ਵੱਧ ਤੋਂ ਵੱਧ ਤੇ ਇੰਡਸਟਰੀ ਨੂੰ ਕਾਮਯਾਬ ਕਰਾਂਗੇ ਬਟਾਲੇ ਦੇ ਵਿੱਚ। ਤੇ ਜਿਸ ਦਿਨ ਵੀ ਨਜਾਇਜ਼ ਕਬਜ਼ੇ ਕੀਤੇ ਆ ਸਾਰਿਆਂ ਦੇ ਕੋਲੋਂ ਨਜਾਇਜ਼ ਜਿਹੜੀ ਆ ਇਹ ਕਬਜ਼ੇ ਜਿਹੜੇ ਲਏ ਜਾਣਗੇ ਤੇ ਉਹ ਜਿਹੜੇ ਸਾਡੇ ਇੱਥੇ ਗਰੀਬ ਵਰਗ ਆ ਜਿਨ੍ਹਾਂ ਵਾਸਤੇ ਇੱਕ ਇੱਕ ਮਰਲਾ ਜਗ੍ਹਾ ਵੀ ਹੈ ਨਹੀਂ ਆ, ਮਕਾਨ ਪਾਉਣ ਵਾਸਤੇ ਛੱਤ ਹੈ ਨੀ ਗੀ, ਉਹਨਾਂ ਵਾਸਤੇ ਉਹ ਜਗ੍ਹਾ ਜਿਹੜੀ ਮੁਹੱਈਆ ਕਰਾਵਾਂਗੇ, ਉਹਨਾਂ ਨੂੰ ਮਕਾਨ ਬਣਾ ਕੇ ਦੇਵਾਂਗੇ, ਸਾਰਾ ਕੁਝ ਦੇਵਾਂਗੇ ਕਿਉਂਕਿ ਪੰਜਾਬ ਨੂੰ ਦੋਹਰੇ ਸਿਰਜਣਾ ਪੈਣਾ। ਕਿਉਂਕਿ ਇਹ 72 ਸਾਲਾਂ 'ਚ ਪੰਜਾਬ ਨੂੰ ਬਹੁਤ ਪਿੱਛੇ ਲੈ ਗਏ ਆ। ਤੁਸੀਂ ਦੇਖ ਲਓ ਕਿੰਨਾ ਪੰਜਾਬ 350 ਲੱਖ ਕਰੋੜ ਦਾ ਜਿਹੜਾ ਕਰਜ਼ਾਈ ਕਰਤਾ ਪੰਜਾਬ, ਤੇ ਅੱਜ ਇਹ ਕਰਜ਼ਾਈ ਸਾਡੇ ਪਬਲਿਕ ਨੇ ਨਹੀਂ ਕੀਤਾ। ਇਹ ਜਿਹੜੇ ਇੱਥੇ ਜਿਨ੍ਹਾਂ ਨੇ ਰਾਜ ਭਾਗ ਕੀਤਾ, ਜਿਹੜੇ ਇੱਥੇ ਮੰਤਰੀ, ਜਿਹੜੇ ਸਿਆਸਤ ਜਿਨ੍ਹਾਂ ਨੇ, ਇਹਨਾਂ ਨੇ ਕਰਜ਼ਾਈ ਕੀਤਾ, ਜਿਨ੍ਹਾਂ ਦਾ ਅੱਗੇ ਇੱਕ ਪੈਟਰੋਲ ਪੰਪ 1000 ਕਾ 20 30 ਹੋ ਗਏ। ਜੇ ਕਿਸੇ ਕੋ 50 ਕਿੱਲੇ ਪੈਲੀ ਸੀ ਤੇ ਉਹਨਾਂ ਕੋਲ 1000 ਕਿੱਲੇ ਜ਼ਮੀਨ ਬਣ ਗਈ। ਇਹ ਲੁੱਟ ਕੇ ਲੈ ਗਏ ਆ ਸਾਡੇ ਜਿਹੜੇ ਸਿਆਸਤਦਾਨ ਆ। ਇਹ ਕਰਕੇ ਸਾਰੇ ਬਟਾਲਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਜੇ ਇੰਡਸਟਰੀ ਬਚਾਉਣੀ ਆ, ਨੌਜਵਾਨੀ ਬਚਾਉਣੀ ਆ, ਮੈਡੀਕਲ ਸਹੂਲਤਾਂ ਲੈਣੀਆਂ, ਡਿਵੈਲਪਮੈਂਟ ਕਰਾਉਣੀ ਆ ਤੇ ਸੰਯੁਕਤ ਸਮਾਜ ਮੋਰਚੇ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਤੁਹਾਨੂੰ ਇਹ ਸਭ ਕੁਝ ਜਿਹੜਾ ਵਾ ਮੁਹੱਈਆ ਕਰਾਵਾਂਗੇ। ਸਾਨੂੰ ਕੋਈ ਲਾਲਚ ਨਹੀਂ, ਇਮਾਨਦਾਰੀ ਨਾਲ 1.25 ਸਾਲ ਅਸੀਂ ਸੜਕਾਂ ਤੇ ਅੱਗੇ ਲਾਏ ਆ, ਸੜਕਾਂ ਤੇ ਸੌਣ ਵਾਲੇ, ਦਰੀ ਵਿਛਾਉਣ ਵਾਲੇ ਬੰਦੇ ਆ। ਸਾਨੂੰ ਕੋਈ ਲਾਲਚ ਨਹੀਂ ਵੀ ਅਸੀਂ ਇੱਥੋਂ ਕੋਈ ਚੀਜ਼ ਕੱਢ ਕੇ ਲੈ ਜਾਣੀ ਆ ਜਾਂ ਇੱਥੋਂ ਕੋਈ ਪੈਸੇ ਇਕੱਠੇ ਕਰਨੇ ਆ, ਕੋਈ ਲਾਲਚ ਨਹੀਂ। ਅਸੀਂ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦੇ ਆ, ਕੰਮ ਕਰਨ ਦਾ ਸ਼ੌਂਕ ਆ। ਜੇ ਬਟਾਲਾ ਸ਼ਹਿਰ ਬਾਰੇ ਇਹ ਸਾਨੂੰ ਇਹ ਸੇਵਾ ਬਖਸ਼ਣਗੇ ਤੇ ਇਹ 5 ਸਾਲਾਂ 'ਚ ਅਸੀਂ ਸੇਵਾ ਕਰਕੇ ਜ਼ਰੂਰ ਦੱਸਾਂਗੇ। ਔਰ ਦਾ ਕਹਿਣਾ ਕਿ ਰਾਜ ਨਹੀਂ ਸੇਵਾ, ਮੇਰੇ ਖਿਆਲ ਉਹ ਬਾਦਲ ਸਾਹਿਬ ਦਾ ਡਾਇਲੌਗ ਹੁੰਦਾ ਸੀ, ਰਾਜ ਨਹੀਂ ਸੇਵਾ, ਪਰ ਉਹ ਆਪਣੇ ਡਾਇਲੌਗ ਤੇ ਆਪਣੇ ਵਚਨ ਤੇ ਤਾਂ ਪੂਰੀ ਨਹੀਂ ਉਤਰੇ। ਤੇ ਮੈਂ ਵੀ ਦਰਸ਼ਕਾਂ ਨੂੰ ਇਹ ਅਪੀਲ ਕਰਦੀ ਹਾਂ, ਬਟਾਲਾ ਦੇ ਜਿੰਨੇ ਵੀ ਨਿਵਾਸੀ, ਹਲਕਾ ਦੇ ਨਿਵਾਸੀ ਹੈਗੇ ਨੇ, ਉਹਨਾਂ ਨੂੰ ਜਦੋਂ ਅਪੀਲ ਆ ਕਿ ਤੁਹਾਡੇ ਕੋਲ ਇੱਕ ਮੌਕਾ ਹੈਗਾ, ਵਧੀਆ ਕੈਂਡੀਡੇਟ ਤੁਹਾਨੂੰ ਮਿਹਨਤ ਨੌਜਵਾਨ ਮਿਲਿਆ ਹੈਗਾ, ਐਕਟਿਵ ਹੈ, ਹੁਣ ਤੁਸੀਂ ਆਪਣਾ ਜਿਹੜਾ ਮੌਕਾ ਸੰਭਾਲੋ, ਰਵਾਇਤੀ ਪਾਰਟੀਆਂ ਤੋਂ ਆਪਣਾ ਖਹਿੜਾ ਛਡਾਓ। ਅੱਛਾ ਵੀਰ ਜੀ, ਇੱਕ ਹੋਰ ਚੀਜ਼ ਹੈ ਕਿ ਰਵਾਇਤੀ ਪਾਰਟੀਆਂ ਤਾਂ ਪੂਰੀ ਤਰ੍ਹਾਂ ਸਰਗਰਮ ਆ, ਕਿਉਂਕਿ ਜਿਵੇਂ ਹੁਣ ਜੇ ਅਸੀਂ ਵੀ ਕੁਝ ਆਪਣੇ ਤੌਰ ਤੇ ਸਰਵੇ ਕੀਤਾ ਤੇ ਜਿਹਨੂੰ ਵੀ ਅਸੀਂ ਪੁੱਛਦੇ ਹਾਂ ਕਿ ਇਸ ਵਾਰ ਸਰਕਾਰ ਕਿਹਦੀ ਆਊਗੀ, ਤਾਂ ਉਹ ਸਿੱਧਾ ਹੀ ਕਹਿ ਦਿੰਦੇ ਨੇ ਕਿ ਭਗਵੰਤ ਮਾਨ, ਹਨਾ, ਉਹ ਪਾਰਟੀ ਦਾ ਨਾਮ ਨਹੀਂ ਲੈਂਦੇ, ਜਾਂ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ। ਰਵਾਇਤੀ ਪਾਰਟੀਆਂ ਦੇ ਪੈਰਲਲ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਪਾਉਂਦੇ ਹੋ? ਜੇ ਮੈਂ ਸਮੁੱਚੇ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰਾਂ ਤੇ ਉੱਥੇ ਪੈਰਲਲ ਕਿੱਥੇ ਆਪਣੇ ਆਪ ਨੂੰ ਸਟੈਂਡ ਕਰਦੇ ਹੋ ਤੁਸੀਂ, ਕੀ ਲੱਗਦਾ ਹੈ? ਵੇਖੋ ਜੀ, ਅਸੀਂ ਤੇ ਮਿਹਨਤਕਸ਼ ਲੋਕ ਆ ਤੇ ਲੋਕਾਂ ਨੂੰ ਲੋਕ ਕਹਿੰਦੇ ਸੀ ਵੀ ਇੱਕ ਸਾਨੂੰ ਫਰੰਟ ਬਣਾ ਕੇ ਦਿਓ, ਅਸੀਂ ਫਰੰਟ ਬਣਾ ਕੇ ਦਿੱਤਾ ਤੇ ਮਿਹਨਤ ਕਰਨ ਡਏ ਆ, ਲੋਕਾਂ ਨੂੰ ਸਮਝਾਉਣ ਡਏ। ਹੁਣ ਲੋਕਾਂ ਦੀ ਮਰਜ਼ੀ ਆ, ਵੋਟਰਾਂ ਦੀ ਮਰਜ਼ੀ ਆ ਤੇ ਇਹਨਾਂ ਨੇ ਰਵਾਇਤੀ ਪਾਰਟੀਆਂ ਜਿਤਾਉਣੀਆਂ ਜਾਂ ਇਹਨਾਂ ਨੇ ਜਿਹੜੀਆਂ ਅੱਗੇ ਪਾਰਟੀਆਂ ਰਾਜ ਕਰਦੀਆਂ ਰਹੀਆਂ ਉਹਨਾਂ ਨੂੰ ਜਿਤਾਉਣਾ। ਇਹ ਲੋਕਾਂ ਦੀ ਮਰਜ਼ੀ, ਫਤਵਾ ਲੋਕਾਂ ਕੋਲ ਆਉਣਾ। ਪਰ ਅਸੀਂ ਲੋਕਾਂ ਘੜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਕੋਲ ਬਚੋ। ਤਾਂ ਆਪਾਂ ਸਾਰਿਆਂ ਨੂੰ ਦੇਖਿਆ, ਭਗਵੰਤ ਮਾਨ ਵਧੀਆ ਸਟੇਜ ਤੇ ਬੋਲ ਸਕਦਾ, ਵਧੀਆ ਕਮੈਂਟਰੀ ਕਰ ਸਕਦਾ, ਪਰ ਜੇ ਆਪਾਂ ਤੁਸੀਂ ਕਹਿ ਦੋ ਨਾ ਵੀ ਭਗਵੰਤ ਮਾਨ ਨੇ ਦੇਸ਼ ਨੂੰ ਸੁਧਾਰ ਲੂਗਾ, ਜਿਹੜਾ ਬੰਦਾ ਸਿਰੇ ਗਲਾਸੀਆਂ 2 ਪੈਗ ਲਾ ਕੇ ਆਪਣਾ ਸਟੇਜ ਤੇ ਚੜ੍ਹਦਾ, ਉਹਨੇ ਕਿੰਨਾ ਕੁ ਦੇਸ਼ ਨੂੰ ਸੰਭਾਲਣਾ, ਕਿੰਨਾ ਕੁ ਪੰਜਾਬ ਦੀ ਡਿਵੈਲਪਮੈਂਟ ਕਰਾਉਣੀ, ਇਹ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ।
ਨਹੀਂ, ਆਪਾਂ ਉਹਨਾਂ ਦੇ ਪਰਸਨਲ ਅਟੈਕ ਤੋਂ ਮੇਰਾ ਖਿਆਲ ਆਪਾਂ ਬਚ ਗਏ ਥੋੜਾ ਜਿਹਾ। ਆਪਾਂ ਪਰਸਨਲ ਅਟੈਕ ਨਾ ਹੀ ਕਰੀਏ। ਉਹ ਪੀਣਾ ਲੀਕਰ ਉਹਨਾਂ ਦੀ ਆਪਣੀ ਮਰਜ਼ੀ ਆ, ਪੀਂਦੇ ਕੀ ਕਰਦੇ ਕੀ ਨਹੀਂ ਕਰਦੇ। ਹਾਂ, ਇਹ ਜ਼ਰੂਰ ਹੈਗਾ ਕਿ ਉਹਨਾਂ ਨੇ ਜਿਹੜਾ ਭੁੱਲਰ ਸਾਹਿਬ ਦਾ ਮੁੱਦਾ ਹੈ ਉਹ ਨਹੀਂ ਉਠਾਇਆ, ਕਿਉਂਕਿ ਉਹ ਆਪਣੀ ਸਜ਼ਾ ਭੁਗਤ ਚੁੱਕੇ ਨੇ। ਤੇ ਹੁਣ ਸੁਪਰੀਮ ਕੋਰਟ ਨੇ ਵੀ ਇਹ ਸਵਾਲ ਉਠਾ ਦਿੱਤਾ, ਪੈਦਾ ਕਰ ਦਿੱਤਾ ਹੈ ਕਿ ਜਿਹੜੇ ਲੋਕ ਸਜ਼ਾ ਭੁਗਤ ਚੁੱਕੇ ਨੇ ਤੇ ਫਿਰ ਉਹਨਾਂ ਨੂੰ ਕਾਹਦੇ ਲਈ ਇੰਨੇ ਸਾਲ ਤੁਸੀਂ ਜੇਲ੍ਹਾਂ ਦੇ ਵਿੱਚ ਰੱਖਿਆ। ਇਹ ਕਿਤੇ ਵੀ ਮੁੱਦਾ ਉਠਾਉਣ ਲਈ ਨਹੀਂ। ਇਹ ਤੁਹਾਡੇ ਏਜੰਡੇ ਦੇ ਵਿੱਚ ਹੋਏਗਾ। ਜਿਹੜੇ ਸਿੱਖ ਕੈਦੀ ਨੇ, ਜਿਹੜੇ ਸਜ਼ਾਵਾਂ ਭੁਗਤ ਚੁੱਕੇ ਨੇ, ਉਹ ਤੁਹਾਡੇ ਏਜੰਡੇ ਦੇ ਵਿੱਚ ਹੈ, ਮੈਨੀਫੈਸਟੋ ਹੋਣਗੇ ਤੁਹਾਡੇ। ਦੇਖੋ ਜੀ, ਮੈਨੀਫੈਸਟੋ ਉਹਨਾਂ ਸਭ ਕੁਝ ਮੈਨੀਫੈਸਟੋ ਚ ਬਣਾਵਾਂਗੇ ਜੀ। ਜਿਹੜੇ ਸਖਤ ਸਜ਼ਾ ਭੁਗਤ ਚੁੱਕੇ ਆ ਉਹਨਾਂ ਨੂੰ ਤੁਰੰਤ ਜੇਲ੍ਹਾਂ ਚੋਂ ਬਾਹਰ ਕੱਢਣਾ ਚਾਹੀਦਾ। ਇਹ ਅਜੇ ਤੱਕ ਇਹਨਾਂ ਨੇ, ਆਮ ਪਾਰਟੀ ਨੇ ਸਾਈਨ ਕਰਕੇ ਨਹੀਂ ਦਿੱਤੇ ਵੀ ਉਹਨੂੰ ਭੁੱਲਰ ਸਾਹਿਬ ਨੂੰ ਬਾਹਰ ਕੱਢਣਾ ਚਾਹੀਦਾ। ਇਹਨਾਂ ਵਾਸਤੇ ਬਹੁਤ ਗਲਤ ਗੱਲ ਆ। ਅਸੀਂ ਇਹ ਸਾਰੇ ਹੀ ਮੈਨੀਫੈਸਟੋ ਦੇ ਵਿੱਚ ਲਿਖਾਂਗੇ, ਬਣਾਵਾਂਗੇ ਵੀ ਸਾਰੇ ਜਾਣੇ ਜਿਹੜੇ ਆ ਉਹ ਜਿਹੜੇ ਆ ਆਪਣੇ ਜਿੰਨੇ ਵੀ ਜੇਲ੍ਹਾਂ ਜਿਹਨਾਂ ਭੁਗਤੀਆਂ ਵਾ ਉਹ ਸਾਰੇ ਜਣੇ ਬਾਹਰ ਨਿਕਲਣ। ਇੱਥੇ ਪਾਰਟੀ ਦੇ ਖਿਲਾਫ ਕਿ ਉਹਨਾਂ ਨੂੰ ਚਾਹੀਦਾ ਇਹ। ਹਾਂਜੀ, ਤੁਸੀਂ ਜਿਹੜੇ ਜਿਵੇਂ ਭੁੱਲਰ ਸਾਹਿਬ ਦੀ ਗੱਲ ਹੋਈ ਆ, ਤੁਸੀਂ ਆਪਣਾ ਇੱਥੇ ਰੋਸ ਦਰਜ ਕਰਾਉਂਦੇ ਹੋ ਉਹਦੇ ਖਿਲਾਫ, ਆਮ ਆਦਮੀ ਪਾਰਟੀ ਦੇ ਖਿਲਾਫ, ਕਿ ਉਹਨਾਂ ਨੇ ਕਿਉਂ ਰੋਕਿਆ ਹੋਇਆ, ਜਦਕਿ ਸੁਪਰੀਮ ਕੋਰਟ ਦਾ ਵੀ ਆਰਡਰ ਆ ਚੁੱਕਾ ਕੱਲ ਤਾਂ, ਸੌਰੀ, ਸੁਪਰੀਮ ਕੋਰਟ ਦਾ ਵੀ ਇੱਕ ਬਿਆਨ ਆ ਚੁੱਕਾ ਹੈ ਕਿ ਇਹਨਾਂ ਨੇ ਕਿਉਂ ਉਹਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ। ਖੈਰ, ਦੂਸਰਾ ਸਵਾਲ ਇਹ ਹੈ ਕਿ ਸੁਪਰੀਮ ਕੋਰਟ ਨੇ ਕੱਲ ਇੱਕ ਹੋਰ ਬੜੀ ਝਾੜ ਪਾਈ ਹੈ ਕਿ ਜਿਹੜੀਆਂ ਪਾਰਟੀਆਂ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਵਾਅਦੇ ਕਰ ਰਹੀਆਂ ਨੇ, ਜਿਹੜੀਆਂ ਪਾਰਟੀਆਂ ਲਾਲਚ ਦੇ ਰਹੀਆਂ ਨੇ ਪੈਸਿਆਂ ਦਾ, ਉਹਨਾਂ ਦਾ ਕਿਉਂ ਨਾ ਜਿਹੜਾ ਆਪਣਾ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਿਲਕੁਲ ਸਹੀ ਗੱਲ ਆ ਜੀ। ਕਿਸੇ ਵੀ ਮੈਂ ਤੇ ਆਪਣੇ ਜਿਹੜੀ ਪਬਲਿਕ ਆ ਉਹਨੂੰ ਵੀ ਬੇਨਤੀ ਕਰਦਾ ਵੀ ਕਦੀ ਵੀ ਲਾਲਚ ਦੇ ਵਿੱਚ ਵੋਟ ਨਾ ਪਾਇਓ। ਜੀ ਸਾਨੂੰ ਜੀ ਹੋ ਸਕਦਾ, ਕਿਉਂਕਿ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਕੋਲ ਬਹੁਤ ਪੈਸੇ ਆ, ਹੋ ਸਕਦਾ ਕੋਈ ਜੀ ਲਾਲਚ ਦੇਣ, ਮੈਨੂੰ ਪਤਾ ਨਹੀਂ ਲਾਲਚ ਦੇਣ ਕਿ ਨਹੀਂ ਦੇਣ। ਪਰ ਆਪਾਂ ਜੀ ਆਪਣੀ ਜਨਤਾ ਨੂੰ ਕਹਿੰਦੇ ਵੀ ਕਦੀ ਵੀ ਕੋਈ ਲਾਲਚ ਦੇ ਵਿੱਚ ਵੋਟ ਨਾ ਪਾਇਓ। ਲਾਲਚ ਤੋਂ, ਕਿਉਂਕਿ ਵੋਟ 5 ਸਾਲਾਂ ਬਾਅਦ ਪੈਣੀ ਆ। ਤੁਹਾਡੀ ਵੋਟ ਦੀ ਇੱਕ ਇੱਕ ਵੋਟ ਦੀ ਕੀਮਤ ਆ। ਆਪਣੇ ਸੋਚ ਸਮਝ ਕੇ, ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਕਰਕੇ ਤੇ ਆਪਣੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਬਚਾਉਣ ਵਾਸਤੇ ਸੋਚ ਸਮਝ ਕੇ ਵੋਟ ਪਾਇਓ। ਕਦੀ ਵੀ ਕੋਈ ਲਾਲਚ ਵਿੱਚ ਵੋਟ ਨਾ ਪਾਇਓ, ਕਿਉਂਕਿ ਆਪਾਂ ਨੂੰ ਹੋ ਸਕਦਾ ਕਈ ਪਾਰਟੀਆਂ ਲਾਲਚ ਵੀ ਦੇਣ। ਮੈਨੂੰ ਜੀ ਮੈਂ ਜ਼ਿਆਦਾ ਕਿਸੇ ਬਾਰੇ ਕਹਿ ਨਹੀਂ ਸਕਦਾ, ਕਿਉਂਕਿ ਪਤਾ ਨਹੀਂ ਕੋਈ ਪਾਰਟੀਆਂ ਲਾਲਚ ਵੀ ਦੇਣ। ਪਰ ਮੈਂ ਆਪਣੇ ਕਿਸਾਨ, ਆਪਣੇ ਜਿੰਨੇ ਵੀ ਸਾਡੇ ਸਾਥੀ ਆ ਤੇ ਜਿੰਨੇ ਸਾਡੇ ਮਜ਼ਦੂਰ, ਆੜਤੀਏ ਵਰਗ, ਦੁਕਾਨਦਾਰ, ਸਾਡੇ ਕਿਸਾਨ ਭਰਾ, ਜਿੰਨਾ ਵੀ ਵਰਗ ਆ, ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਬਿਲਕੁਲ ਸਾਫ਼ ਤੇ ਸੁਥਰੀ ਰਾਜਨੀਤੀ ਦੇਣੀ ਚਾਹੁੰਦੇ। ਸਾਡੇ ਕੋਲ ਕੋਈ ਪੈਸਾ ਨਹੀਂ। ਮੈਂ ਇੱਕ ਛੋਟੀ ਜੀ ਖੇਤੀ ਕਰਦਾ, ਖੇਤੀਬਾੜੀ ਵਾਲਾ। ਮੇਰੇ ਕੋਲ ਇੱਕ ਗੱਡੀਆਂ 'ਚ ਪਾਉਣ ਨੂੰ ਤੇਲ ਵੀ ਹੈ ਨਹੀਂ ਵੀ ਕਿਸ ਤਰ੍ਹਾਂ ਹੀ ਆਪਣਾ ਕੰਮ ਚਲਾਉਂਦੇ ਆਪਣਾ। ਜੀ ਪਰ ਮੈਂ ਬੇਨਤੀ ਕਰਦਾ ਵੀ ਕਿਸੇ ਵੀ ਲਾਲਚ ਚੜ ਕੇ ਵੋਟ ਨਾ ਪਾਓ। ਸੋਚ ਸਮਝ ਕੇ ਦਿਮਾਗ ਨਾ ਪਾਓ ਤੇ ਇਮਾਨਦਾਰ ਬੰਦੇ ਨੂੰ ਪਾਓ। ਤੇ ਫਿਰ ਜੇ ਤੁਸੀਂ ਇਮਾਨਦਾਰੀ ਨਾਲ ਵੋਟ ਪਾਓਗੇ ਤੇ ਇਮਾਨਦਾਰੀ ਨਾਲ ਆਪਣੇ 5 ਸਾਲ ਕੰਮ ਲਓਗੇ। ਜਿਹੜਾ ਵੀਆਈਪੀ ਕਲਚਰ ਆ, ਕਾਫੀ ਲੰਬੇ ਸਮੇਂ ਤੋਂ ਉਹਦੇ ਵਿਚਾਰਾਂ ਹੋ ਰਹੀਆਂ ਨੇ, ਵੀਆਈਪੀ ਕਲਚਰ ਖਤਮ ਹੋਣਾ ਚਾਹੀਦਾ। ਦੂਸਰਾ ਸਵਾਲ ਮੇਰਾ ਇਹ ਹੈ ਕਿ ਕੀ ਮੈਨੀਫੈਸਟੋ ਜਿਹੜਾ ਹੈਗਾ ਉਹਦਾ ਲੀਗਲਾਈਜੇਸ਼ਨ ਕਰਵਾਉਂਗੇ, ਉਹਨੂੰ ਲੀਗਲ ਬਿਲਕੁਲ, ਕਰਵਾਉਂਗੇ? ਜੀ ਮੈਨੀਫੈਸਟੋ ਜਿਹੜਾ ਉਹਦਾ ਲੀਗਲ ਡਾਕੂਮੈਂਟ ਬਣਨਾ ਚਾਹੀਦਾ। ਜਿਹੜਾ ਜੀ ਵੀ ਕੋਈ ਵਾਅਦਾ ਕਰਦਾ ਵਾ ਉਹਨੂੰ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਜੇ ਉਹ ਵਾਅਦਾ ਨਹੀਂ ਪੂਰਾ ਕਰਦਾ। ਜੀ ਦੂਜੀ ਗੱਲ, ਜਿਹੜੀ ਵੀਆਈਪੀ ਕਲਚਰ ਦੀ, ਸਾਹੀ ਤੇ ਅੱਗੇ ਖੇਤਾਂ 'ਚ ਸੌਣ ਵਾਲੇ ਆ ਜੀ, ਸੜਕਾਂ ਤੇ ਸੌਣ ਵਾਲੇ ਆ। ਸਾਨੂੰ ਵੀਆਈਪੀ ਦਾ ਕੋਈ ਕੋਈ ਮਤਲਬ ਨਹੀਂ। ਸਾਨੂੰ ਤੇ ਸਿਰਫ ਹੈਗੀ ਆ ਵੀ ਪੰਜਾਬ ਨੂੰ ਕਿਹੜੇ ਤਰੀਕਾ ਬਚਾਉਣਾ, ਨੌਜਵਾਨੀ ਕਿੱਦਾਂ ਬਚਾਉਣੀ, ਖੇਤੀ ਕਿੱਦਾਂ ਜੀ ਬਚਾਉਣੀ, ਦੁਕਾਨਦਾਰ ਕਿੱਦਾਂ ਬਚਾਉਣਾ। ਸਾਨੂੰ ਤੇ ਉਹ ਮਤਲਬ ਆ। ਅਸੀਂ ਤੇ ਖੇਤਾਂ 'ਚ ਸੌਣ ਵਾਲੇ ਆ, ਸੜਕਾਂ ਤੇ ਸੌਣ ਵਾਲੇ ਆ। ਰਾਤ ਨੂੰ ਬੰਬੀਆਂ ਤੇ ਜਾ ਕੇ ਸੌਂਦੇ ਆ। ਜਦੋਂ ਅਸੀਂ ਝੋਨਿਆਂ ਦੇ ਸੀਜ਼ਨ ਆਉਂਦੇ, ਕੋਈ ਰਾਤ ਮੋਟਰਾਂ ਤੇ ਸੁੱਤੇ ਰਹਿੰਦੇ ਆ। ਜੇ ਆ ਮੋਦੀ ਨਾਲ 1.25 ਸਾਲ ਲੱਗਾ ਤਾਂ ਉੱਤੇ ਸੜਕਾਂ 'ਤੇ ਸੁੱਤੇ ਰਹੇ ਦਿੱਲੀ। ਸਾਨੂੰ ਵੀਆਈਪੀ ਕਲਚਰ ਨਾਲ ਕੋਈ ਨਹੀਂਗਾ। ਸਾਨੂੰ ਸਿਰਫ ਤੇ ਸਿਰਫ ਪੰਜਾਬ ਨੂੰ ਕਿੱਦਾਂ ਬਚਾਉਣਾ, ਉਹਨੂੰ ਜਗਾਉਣਾ ਕਿੱਦਾਂ, ਕੱਲੇ ਕੱਲੇ ਘਰ 'ਚ ਆਵਾਜ਼ ਕਿੱਦਾਂ ਪਹੁੰਚਾਉਣੀ ਆ ਵੀ ਪੰਜਾਬ ਬਚਾਈਏ, ਆਓ ਉੱਠੀਏ ਸਾਰੇ ਜਣੇ, ਪੰਜਾਬ ਬਚਾਈਏ, ਨੌਜਵਾਨ ਬਚਾਈਏ, ਨੌਜਵਾਨੀ ਬਚਾਈਏ, ਪੰਜਾਬੀਅਤ ਬਚਾਈਏ। ਆਓ ਭਰਾਓ ਸਾਰੇ ਜਣੇ ਇਕੱਠੇ ਹੋ ਕੇ ਇੱਕ ਜਿਹੜਾ ਇਹ ਵੱਡਾ ਸੰਘਰਸ਼ ਆ, ਜਿਹੜਾ ਆਪਾਂ 13 ਮਹੀਨੇ ਸੰਘਰਸ਼ ਉੱਥੇ ਲੜਿਆ ਦਿੱਲੀ ਦੇ ਬਾਰਡਰਾਂ ਤੇ ਇਹ ਵੀ ਇੱਕ ਵੱਡਾ ਸੰਘਰਸ਼ ਵਾ ਜਿਹੜਾ 1 ਮਹੀਨੇ ਦਾ ਵਾ।
ਇਹ ਮਹੀਨੇ ਦੇ ਸੰਘਰਸ਼ ਵਿੱਚ ਸਾਰੇ ਜਣੇ ਇਕੱਠੇ ਹੋ ਕੇ ਲੜੀਏ ਤੇ ਆਪਣੇ ਪੰਜਾਬ ਨੂੰ ਨਵਾਂ ਪੰਜਾਬ ਸਿਰਜੀਏ। ਇੱਕ ਹੋਰ ਬੜਾ ਰੌਲਾ ਪੈ ਰਿਹਾ ਹੈ ਕਿ ਰਜਿਸਟ੍ਰੇਸ਼ਨ ਨਹੀਂ ਮਿਲ ਰਹੀ ਹੈਗੀ ਐਸਐਸਐਮ ਨੂੰ। ਐਸਐਸਐਮ ਨੂੰ ਜੀ ਵੇਖੋ ਜੀ, ਰਜਿਸਟ੍ਰੇਸ਼ਨ ਪਹਿਲੋਂ ਪਤਾ ਲੱਗਾ ਸੀ ਵੀ ਹੋ ਗਈ ਆ, ਸ਼ਾਇਦ ਕਿ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਰਵਾਇਤੀ ਪਾਰਟੀਆਂ ਇਹਨਾਂ ਨੇ ਕੋਈ ਐਲੀਗੇਸ਼ਨ ਲਾਏ ਆ ਵੀ ਇਹਨਾਂ ਨੂੰ ਇੰਨੀ ਛੇਤੀ ਰਜਿਸਟ੍ਰੇਸ਼ਨ ਕਿਉਂ ਦਿੱਤੀ ਗਈ। ਉਹ ਇੱਕ ਵੱਖਰਾ ਮੈਟਰ ਆ, ਚੋਣ ਕਮਿਸ਼ਨ ਦਾ ਮੈਟਰ ਆ ਵੀ ਉਹਨਾਂ ਨੇ ਕੀ ਐਲੀਗੇਸ਼ਨ ਲਾਏ ਆ, ਉਹ ਅਸੀਂ ਪੂਰੇ ਕਰਕੇ ਭੇਜੇ ਆ। ਤੇ ਮੇਰੇ ਹਿਸਾਬ ਨਾਲ ਤੇ ਰਜਿਸਟ੍ਰੇਸ਼ਨ ਦੇਣੀ ਚਾਹੀਦੀ ਹੈ ਰਜਿਸਟ੍ਰੇਸ਼ਨ, ਕਿਉਂਕਿ ਸਾਨੂੰ ਵੀ ਹੱਕ ਵਾ। ਇਹ ਇੱਕ ਜਮਹੂਰੀ ਹੱਕ ਆ ਵੀ ਹਰ ਬੰਦਾ ਮੈਦਾਨ 'ਚ ਉਤਰਨਾ ਚਾਹੀਦਾ, ਉਤਰ ਕੇ ਆਪਣੀ ਗੱਲ ਰੱਖ ਸਕੇ। ਤੇ ਅਸੀਂ ਤੇ ਬੇਨਤੀ ਕਰਦੇ ਆ ਚੋਣ ਕਮਿਸ਼ਨ ਨੂੰ ਵੀ ਸਾਨੂੰ ਜਿਹੜੀ ਆ ਰਜਿਸਟ੍ਰੇਸ਼ਨ ਜਿਹੜੀ ਦਿੱਤੀ ਜਾਵੇ ਤੇ ਇੱਕ ਜਿਹੜਾ ਵਾ ਚੋਣ ਨਿਸ਼ਾਨ ਇੱਕ ਸਾਰਾ ਪਾਰਟੀ ਨੂੰ ਇੱਕ ਜਿਹੜਾ ਉਹ ਦਿੱਤਾ ਜਾਵੇ। ਮੰਨ ਲਓ ਸਪੋਜ਼ ਕਰ ਲਓ ਵੀ ਜੇ ਲੋਕ ਆਖਦੇ ਵੀ ਜੇ ਚੋਣ ਨਿਸ਼ਾਨ ਨਹੀਂ ਮਿਲਦਾ, ਕੋਈ ਤੁਹਾਨੂੰ ਸਿੰਬਲ ਨਹੀਂ ਮਿਲਦਾ, ਤਾਂ ਕੀ ਫਿਰ ਚੜੂਨੀ ਸਾਹਿਬ ਦੇ ਕੁਝ ਲੋਕਾਂ ਦਾ ਸਵਾਲ ਹੈ, ਕੀ ਕਹਿੰਦੇ ਫਿਰ ਚੜੂਨੀ ਸਾਹਿਬ ਦਾ ਚੋਣ ਨਿਸ਼ਾਨ ਆ ਉਹਦੇ ਤੇ ਲੜਨ ਦੀ ਕੋਈ ਸੰਭਾਵਨਾ ਹੈ? ਕਿਉਂ ਜੀ ਉਹ ਸਾਰਾ ਹੀ ਆਪਣਾ ਸੰਯੁਕਤ ਸਮਾਜ ਮੋਰਚਾ ਉਹ ਬਾਰੇ ਚਰਚਾ ਕਰੂਗਾ। ਜੇ ਉਹ ਚੁਣਨੀ ਵਾਲੇ ਤੇ ਲੜਨੀ ਹੋਈ ਤੇ ਸਾਰੇ ਜਣੇ ਚਰਚਾ ਕਰਨਗੇ ਬਹਿ ਕੇ, ਫਿਰ ਇੱਕ ਸਲਾਹ ਜਿਹੜੀ ਉਹ ਕੀਤੀ ਜਾਊਗੀ। ਅੱਜ ਹਜੇ ਹਾਲ ਦੀ ਘੜੀ ਇਹ ਵੀ ਸਾਨੂੰ ਸ਼ਾਇਦ ਚੋਣ ਨਿਸ਼ਾਨ ਜਿਹੜਾ ਉਹ ਮਿਲ ਜੇ। ਜੀ ਅਸੀਂ ਵੀ ਆਸ ਕਰਦੇ ਹਾਂ, ਕਿਉਂਕਿ ਇੱਕ ਬਹੁਤ ਵੱਡੀ ਪਾਰਟੀ ਵਜੋਂ ਉੱਭਰ ਰਹੀ ਆ ਔਰ 117 ਜਿਹੜੀਆਂ ਸੀਟਾਂ ਤੇ ਆਪਣੇ ਨੁਮਾਇੰਦੇ ਜਿਹੜੇ ਖੜੇ ਕਰ ਰਹੇ ਸੰਯੁਕਤ ਸਮਾਜ ਮੋਰਚਾ, ਤਾਂ ਫਿਰ ਚੋਣ ਕਮਿਸ਼ਨ ਨੂੰ ਅਸੀਂ ਇਸ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਰਜਿਸਟ੍ਰੇਸ਼ਨ ਜਿਹੜੀ ਉਹ ਮੁਹੱਈਆ ਕਰਾਉਣੀ ਚਾਹੀਦੀ ਹੈ, ਚੋਣ ਨਿਸ਼ਾਨ ਆਪਣਾ ਦੇਣਾ ਚਾਹੀਦਾ। ਔਰ ਜੇ ਮੰਨ ਲਓ ਚੋਣ ਨਿਸ਼ਾਨ ਦਿੰਦੇ ਵੀ ਕਿਹੜਾ ਚੋਣ ਨਿਸ਼ਾਨ ਹੋਣਾ ਚਾਹੀਦਾ, ਇਹ ਲੋਕਾਂ ਦੀ ਸਵਾਲ ਹੈ ਕਿ ਕਿਹੜਾ ਚੋਣ ਨਿਸ਼ਾਨ ਹੈ ਕਿਸਾਨ ਵੀਰ ਪਸੰਦ ਕਰਨਗੇ। ਦੇਖੋ ਜੀ, ਅਸੀਂ ਤਿੰਨ ਆਪਸ਼ਨਾਂ ਦਿੱਤੀਆਂ ਵਾ, ਟਰੈਕਟਰ ਟਰਾਲੀ ਤੇ ਕੱਲੀ ਟਰਾਲੀ ਜਿਹੜੀ ਸਾਡੀ ਦਿੱਲੀ ਦੇ ਬਾਰਡਰਾਂ ਤੇ ਟਰਾਲੀ ਖੜੀ ਹੈ। ਤਿੰਨ ਆਪਸ਼ਨਾਂ ਜਿਹੜੀਆਂ ਅਸੀਂ ਚੋਣ ਕਮਿਸ਼ਨ ਨੂੰ ਭੇਜੀਆਂ ਵੀ ਸਾਨੂੰ ਇਹਨਾਂ ਤਿੰਨਾਂ ਚੋਂ ਕੋਈ ਦਿੱਤੀ ਜਾਵੇ। ਤੇ ਬੇਨਤੀ ਵੀ ਕਰਦੇ ਹਾਂ ਵੀ ਸਾਨੂੰ ਟਰੈਕਟਰ ਟਰਾਲੀ ਜਾਂ ਟਰੈਕਟਰ ਜਿਹੜਾ ਵਾ ਉਹ ਮੁਹੱਈਆ ਕਰਾਇਆ ਜਾਵੇ, ਕਿਉਂਕਿ ਇਹ ਜਿਹੜੇ 117 ਕੈਂਡੀਡੇਟ ਆ ਸਾਡੇ, ਉਹ 100 ਤੇ ਜਿਹੜੇ 10 ਜਿਹੜੇ ਆ ਉਹ ਚਰੂਨੀ ਸਾਹਿਬ ਦੀ ਜਿਹੜਾ ਸੰਯੁਕਤ ਮੋਰਚਾ ਬਣਾਇਆ ਉਹਦੇ ਤੇ ਲੜਨਗੇ, ਤੇ 107 ਜਿਹੜੇ ਆ ਉਹ ਸੰਯੁਕਤ ਸਮਾਜ ਮੋਰਚੇ ਤੇ ਲੜਨਗੇ, ਕਿਉਂਕਿ 107 ਦੇ 7 ਇੱਕੋ ਚੋਣ ਨਿਸ਼ਾਨ ਤੇ ਲੜੇ ਜਾਣ। ਇਹ ਸਾਨੂੰ ਚਾਹੇ ਅਸੀਂ ਤੇ ਚਾਹੁੰਦੇ ਵੀ ਟਰੈਕਟਰ ਮਿਲ ਜੇ ਜਾਂ ਟਰੈਕਟਰ ਟਰਾਲੀ ਮਿਲ ਜੇ, ਤੇ ਸਾਨੂੰ ਜਿਹੜਾ ਇੱਕ ਜਿਹੜਾ ਵਾ ਚੋਣ ਨਿਸ਼ਾਨ ਇੱਕ ਜਿਹੜਾ ਉਹ ਤਿਆਰ ਮਿਲ ਜੇ ਤੇ ਵਧੀਆ ਤਰੀਕੇ ਨਾਲ ਇਲੈਕਸ਼ਨ ਹੋ ਜੇ। ਮੇਰਾ ਲਾਸਟ ਕੁਐਸਚਨ, ਬਟਾਲਾ ਸ਼ਹਿਰ ਦੇ ਵਿੱਚ ਜਿਵੇਂ ਕਿ ਲੜਕੀਆਂ ਦੇ, ਕਿਉਂਕਿ ਦੇਖੋ ਸਰਕਾਰਾਂ ਦੀਆਂ ਰਵਾਇਤੀ ਪਾਰਟੀਆਂ ਨੇ ਜੋ ਕੀਤਾ ਉਹ ਸਭ ਦੇ ਸਾਹਮਣੇ ਆ, ਐਜੂਕੇਸ਼ਨ ਦੇ ਮਿਆਰ ਨੂੰ ਡੇਗਣ ਵਾਸਤੇ ਉਹਨਾਂ ਨੇ ਕਾਲਜ ਜਿਹੜੇ ਸੀਗੇ ਬੰਦ ਕਰ ਦਿੱਤੇ ਸੀਗੇ। ਮੇਰੇ ਖਿਆਲ ਜੇ ਮੈਂ ਭੁੱਲਾਂ ਨਾ ਅੰਕੜਾ 48 ਕਾਲਜ ਦਾ ਸੀਗਾ ਵੀ ਉਹ ਬਿਲਕੁਲ ਕਲੋਜ਼ ਹੋ ਚੁੱਕੇ ਸੀਗੇ। ਔਰ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਜਿਹੜੇ ਰੂਰਲ ਖਿੱਤੇ ਦੇ ਨਾਲ ਸੰਬੰਧਿਤ ਵਿਦਿਆਰਥੀ ਹੈਗੇ ਨੇ ਉਹ 0% ਹੋ ਗਏ ਜੀ, ਯੂਨੀਵਰਸਿਟੀਆਂ ਦੇ ਵਿੱਚ ਜਾ ਹੀ ਨਹੀਂ ਰਹੇ। ਉਹ ਆਈਲੈਟਸ ਤੋਂ ਅੱਗੇ ਉਹਨਾਂ ਦੀ ਸੋਚ ਨਹੀਂ ਹੈਗੀ, ਆਈਲੈਟਸ ਕਰਕੇ ਬਾਹਰ ਭੱਜਣਾ ਚਾਹੁੰਦੇ ਨੇ। ਖੈਰ ਉਹ ਤਾਂ ਤੁਸੀਂ ਰਿਪਲਾਈ ਕਰ ਹੀ ਦਿੱਤਾ। ਸੈਂਡ ਮਾਫੀਆ ਦਾ ਬੜਾ ਰੌਲਾ ਪਿਆ, ਉਹਨੂੰ ਨੱਥ ਪਾਉਣ ਵਾਸਤੇ ਕਿਹੜਾ ਉਪਰਾਲਾ ਕਰੋਗੇ ਤੁਸੀਂ? ਬਿਊਰੋਕ੍ਰੇਸੀ ਦੇ ਨਾਲ ਕੋਈ ਸੰਪਰਕ ਕਰੋਗੇ? ਬਿਊਰੋਕ੍ਰੇਸੀ ਦੇ ਵਿੱਚ ਸੁਧਾਰ ਲੈਣਾ ਚਾਹੋਗੇ? ਕਿਸ ਤਰ੍ਹਾਂ ਨੱਥ ਪਾਓਗੇ? ਵੇਖੋ ਜੀ, ਜੇ ਤੇ ਮਹਾਰਾਜ ਪਾਵਰ ਬਖਸ਼ੂਗਾ ਤੇ ਇਹਨਾਂ ਸਾਰਿਆਂ ਮਾਫੀਆਂ ਤੇ ਨੱਥ ਜਿਹੜੀ ਪਾਈ ਜਾਊਗੀ, ਕਿਉਂਕਿ ਇਹਨਾਂ ਨੂੰ ਪਹਿਲੋਂ ਤੇ ਬਹਿ ਕੇ ਸਾਰਿਆਂ ਨੂੰ ਸਮਝਾਵਾਂਗੇ ਵੀ ਕਿਸੇ ਨੂੰ ਗਮਰਾਹ ਨਾ ਕਰੋ, ਮਾਫੀਆਂ ਵਾਲਿਆਂ ਨੂੰ ਸਾਰਿਆਂ ਨੂੰ, ਵੀ ਤਗੜੇ ਹੋ ਕੇ ਪੰਜਾਬ ਨੂੰ ਸਾਰੇ ਜਣੇ ਰਲ ਕੇ ਬਚਾਈਏ। ਜਿਹੜਾ ਕੋਈ ਨਾ ਮੰਨੂਗਾ ਤੇ ਉਹਦੇ ਤੇ ਫਿਰ ਬਣਦੀ ਕਾਰਵਾਈ ਕੀਤੀ ਜਾਊਗੀ। ਤੇ ਸਾਡਾ ਜਿਹੜਾ ਪੰਜਾਬ ਆ, ਖਾਸ ਕਰਕੇ ਬਟਾਲਾ ਹਲਕਾ, ਇਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਅਸੀਂ ਨੌਜਵਾਨ ਵੀਰ ਸਾਰੇ ਨਾਲ ਆ, ਕੱਲੀ ਗਲੀ ਫਿਰ ਕੇ ਹੱਥ ਜੋੜਾਂਗੇ ਲੋਕਾਂ ਗਾੜੀ ਵੀ ਤਗੜੇ ਹੋ ਕੇ ਇਹਨੂੰ ਬਚਾਓ, ਆਪਣੇ ਹਲਕੇ ਨੂੰ ਬਚਾਓ, ਆਪਣਾ ਹਲਕਾ ਜਿਹੜਾ ਵਾ ਉਹਦੇ ਵਿੱਚ ਨੌਜਵਾਨਾਂ ਨੂੰ ਬਚਾਓ। ਜਿਹੜੇ ਸਾਡੇ +2 ਤੋਂ ਅੱਗੇ ਪੜ੍ਹਨਾ ਚਾਹੁੰਦੇ ਆ ਉਹਨਾਂ ਵਾਸਤੇ ਜਿਹੜੇ ਕਾਲਜ ਆ ਜਿਹੜੇ ਬੰਦ ਕੀਤੇ ਗਏ ਆ, ਲੜਕੀਆਂ ਦੇ ਭਾਵੇਂ ਕਾਲਜ ਆ, ਭਾਵੇਂ ਉਹ ਸਾਡੇ ਨੌਜਵਾਨ ਵੀਰਾਂ ਦੇ ਉਹ ਕਾਲਜ ਜਿਹੜੇ ਉਹ ਚਾਲੂ ਕੀਤੇ ਜਾਣ। ਤੇ ਇੱਥੇ ਪੜ੍ਹਾਈ, ਇਹ +2 ਤੋਂ ਬਾਅਦ ਪੜ੍ਹਾਈ ਖਤਮ ਨਹੀਂ ਹੋ ਜਾਂਦੀ।
ਅੱਗੇ ਬਹੁਤ ਪੜ੍ਹਾਈਆਂ PhD ਤੱਕ ਲੋਕ ਇੱਥੇ ਵੀ ਪੜ੍ਹ ਸਕਦੇ ਆ, ਡਾਕਟਰ ਇੱਥੇ ਬਣ ਸਕਦੇ ਆ, ਸਭ ਕੁਝ ਇੱਥੇ ਕਰ ਸਕਦੇ ਆ। ਪਰ ਸਿਰਫ ਸਾਡੇ ਲੋਕਾਂ ਦੀ ਸੋਚ ਆ ਵੀ ਇੱਥੇ ਕਦੀ ਰੋਜ਼ਗਾਰ ਹੀ ਨਹੀਂ, ਪੜ੍ਹ ਕੇ ਕਰੀਏ ਕੀ। ਤਾਂ ਕਰਕੇ ਇਹ +2 ਤੋਂ ਬਾਅਦ ਸਾਰੇ ਆਈਲੈਟਸ ਕਰਕੇ ਤੇ ਬਾਹਰ ਨੂੰ ਜਾ ਕੇ ਬਾਹਰ ਦੌੜਦੇ ਆ ਤੇ ਬਾਹਰਲੇ ਮੁਲਕਾਂ 'ਚ ਪੜ੍ਹਦੇ ਤੇ ਉੱਥੇ ਜਾ ਕੇ ਲੇਬਰ ਕਰਨ ਦੇ ਆ। ਇਹ ਸਾਰਿਆਂ ਨੂੰ ਬਚਾਉਣ ਵਾਸਤੇ ਇਹ ਜਿੰਨੇ ਵੀ ਮਾਫੀਏ ਬੰਦ ਕੀਤੇ ਜਾਣਗੇ। ਪਾਣੀ ਦੇ ਮੁੱਦੇ ਬੜੇ ਵੱਡੇ ਆ, ਉਹ ਮੈਨੀਫੈਸਟੋ ਦੇ ਵਿੱਚ ਅੰਕਿਤ ਹੈ, ਉਹ ਏਜੰਡੇ ਦੇ ਵਿੱਚ ਹੈ। ਉਹਦੇ ਲਈ ਕੀ ਕਰਨਾ ਬਣਦਾ ਤੇ ਕੀ ਕਰੋਗੇ ਤੁਸੀਂ? ਕਾਦੇ ਜੀ? ਪਾਣੀ ਦਾ ਮੁੱਦਾ ਬੜਾ ਵੱਡਾ ਹੈ। ਦੇਖੋ ਜੀ, ਪਾਣੀ ਤੁਹਾਡੇ ਏਜੰਡੇ 'ਚ ਹੈ ਕਿ ਕਿਉਂਕਿ ਪੰਜਾਬ ਜਿਹੜਾ ਖੇਤੀਬਾੜੀ ਦਾ ਇੱਕ ਸੂਬਾ ਹੈ ਤੇ ਡਿਵਰਸੀਫਿਕੇਸ਼ਨ ਹੋ ਜੇ, ਤੁਹਾਨੂੰ ਲੱਗਦਾ ਹੈ ਕਿ ਡਿਵਰਸੀਫਿਕੇਸ਼ਨ ਹੋ ਜੇ ਕ੍ਰੌਪ ਦੀ ਤੇ ਪਾਣੀ ਬਚ ਸਕਦਾ? ਜੇ ਡਿਵਰਸੀਫਿਕੇਸ਼ਨ ਕਰਨੀ ਹੈ ਤਾਂ MSP ਜ਼ਰੂਰੀ ਹੈ। MSP ਦਾ ਮਸਲਾ ਉੱਥੇ ਪਿਆ। ਵੇਖੋ ਜੀ, ਜੇ MSP ਸਾਨੂੰ ਸਰੋਂ ਤੇ ਮਿਲੇ, ਸਾਨੂੰ ਤੋਰੀਏ ਤੇ ਮਿਲੇ, ਸਾਨੂੰ ਦਾਲਾਂ ਤੇ ਮਿਲੇ, ਸਾਨੂੰ ਹਰ ਇੱਕ ਚੀਜ਼ ਤੇ MSP ਮਿਲ ਪਏ ਫਸਲਾਂ ਤੇ ਆਪਾਂ ਇਹਨੂੰ ਜਿਹੜੀਆਂ ਅਸੀਂ 2 ਫਸਲਾਂ ਬੀਜਦੇ, ਜ਼ਿਆਦਾ ਕਣਕ ਜਾਂ ਝੋਨਾ, ਤੇ ਸਾਨੂੰ ਇਹ ਸਾਰੀਆਂ ਤੇ MSP ਮਿਲ ਜੇ ਤੇ ਇਹ ਪਾਣੀ ਨੂੰ ਆਪਾਂ ਬਚਾਉਣ 'ਚ ਕਾਮਯਾਬ ਹੋ ਸਕਦੇ ਹਾਂ। ਉਹ ਜਿਹੜੀਆਂ ਘੱਟ ਫਸਲਾਂ, ਜਿਹੜੀਆਂ ਘੱਟ ਪਾਣੀ ਲੈਂਦੀਆਂ, ਉਹ ਫਸਲਾਂ ਬਚਾਵਾਂਗੇ ਆਪਾਂ। ਪਰ ਇਹਦੇ ਵਾਸਤੇ ਬਹੁਤ ਵੱਡੇ ਘੋਲ ਆ। ਸੈਂਟਰ ਸਰਕਾਰ ਵੀ ਜਿਹੜੀ ਸਾਨੂੰ ਪਛਾਣ ਧੱਕਦੀ ਆ ਤੇ ਪੰਜਾਬ ਸਰਕਾਰ ਜਿਹੜੀ ਉਹਨੇ ਸਾਡਾ ਕੋਈ ਏਡਾ ਵੱਡਾ ਇਹ 'ਚ MSP ਦੇ ਵਿੱਚ ਵੱਡਾ ਕੋਈ ਸਾਥ ਨਹੀਂ ਦਿੱਤਾ। ਸਾਨੂੰ ਸਾਥ ਦੀ ਲੋੜ ਆ ਤੇ ਫਿਰ ਹੀ ਫਸਲਾਂ ਦੀ ਚੇਂਜ ਆਊਗੀ। ਜੇ ਆਪਾਂ ਸਾਰੇ ਰਲ ਕੇ ਸਾਰੇ ਜਾਣੇ ਇਕੱਠੇ ਹੋ ਕੇ ਪੰਜਾਬ ਨੂੰ ਕਵਾਂਗੇ ਵੀ ਇਹ ਆਪਾਂ ਪੰਜਾਬ ਬਚਾ ਲਈਏ, ਸਾਡੇ ਪਾਣੀ ਨੂੰ ਬਚਾਈਏ। ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ 5-10 ਸਾਲਾਂ ਦੇ ਵਿੱਚ ਪਾਣੀ ਜਿਹੜਾ ਵਾ ਧਰਤੀ 'ਚੋਂ ਖਤਮ ਹੁੰਦਾ ਜਾ ਰਿਹਾ, ਲੈਵਲ ਥੱਲੇ ਜਾ ਰਿਹਾ। ਅਸੀਂ ਝੋਨੇ ਕਣਕ 'ਚੋਂ ਬਾਹਰ ਆਵਾਂਗੇ ਤੇ MSP ਜਿਹੜੀ ਬਹੁਤ ਜ਼ਰੂਰੀ ਆ, ਖਾਸ ਕਰਕੇ ਦਾਲਾਂ ਤੇ ਹਰ ਫਸਲ ਤੇ। ਜਿਹੜੀ ਅਸੀਂ ਫਸਲ ਬੀਜੀਏ ਉਹਦਾ ਸਾਨੂੰ ਪਤਾ ਲੱਗੇ ਵੀ ਜੇ ਅਸੀਂ ਝੋਨੇ ਦਾ 40,000 ਜਾਂ 50,000 ਵੱਟਦੇ ਆ ਤੇ ਅਸੀਂ ਇਹਦੀ ਜਗ੍ਹਾ ਮੂੰਗੀ ਬੀਜਦੇ ਆ ਜਾਂ ਕੋਈ ਦਾਲ ਬੀਜਦੇ ਆ ਤੇ ਇਹਦਾ ਵੀ 40-50,000 ਵੱਟ ਲਾਂਗੇ। ਤੇ ਇਸ ਕਰਕੇ ਫਿਰ ਲੋਕ ਉਹਨਾਂ ਫਸਲਾਂ ਨੂੰ ਬੀਜਣਗੇ ਜਿਹੜੀਆਂ ਫਸਲਾਂ ਜੇ ਦੇ MSP ਤੇ ਵਿਕ ਜਾਣਗੀਆਂ, ਤੇ ਉਹ ਫਸਲਾਂ ਜਿਹੜੀਆਂ ਪਾਣੀ ਘੱਟ ਲੈਂਦੀਆਂ, ਜਿਹਨਾਂ ਤੇ ਖੇਚਲ ਘੱਟ ਆਉਂਦੀ ਆ, ਉਹ ਲੋਕ ਬੀਜਣਗੇ। ਪਰ ਉਹਦੇ ਵਾਸਤੇ MSP ਵਾਲੀ ਜਿਹੜੀ ਗੱਲ ਆ ਬਹੁਤ ਜ਼ਰੂਰੀ ਆ। ਬਿਲਕੁਲ, ਗਰੰਟੀ ਬਹੁਤ ਜ਼ਰੂਰੀ ਆ। ਰਾਜੂ ਔਲਖ, ਪਹਿਲਾਂ ਬਲਵਿੰਦਰ ਸਿੰਘ ਔਲਖ, ਹੁਣ ਰਾਜੂ ਔਲਖ। ਰਾਜੂ ਔਲਖ ਇੱਕ ਕਿਸਾਨ ਜੁਝਾਰੂ। ਜਦੋਂ ਰਾਜੂ ਔਲਖ ਕਿਸਾਨ ਤੋਂ MLA ਬਣ ਜਾਂਦੇ ਨੇ, ਫਿਰ ਕੀ ਉਹ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਦੇ ਸਿਆਸਤ ਦੇ ਵਿੱਚ ਨਹੀਂ ਆ ਰਹੀਆਂ ਤੇ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਨੇ, ਫਿਰ ਅੰਦੋਲਨ ਛੇੜਨੇ ਪੈਂਦੇ ਨੇ। ਰਾਜੂ ਔਲਖ ਕਿਸਾਨ ਸੀ, ਫਿਰ MLA ਰਾਜੂ ਔਲਖ ਕੀ ਫਿਰ ਉਸੇ ਤਰ੍ਹਾਂ ਜਿਹੜਾ ਇੰਡੀਅਨ ਸਟੇਟ ਦੇ ਖਿਲਾਫ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਨਗੇ ਕਿਸਾਨਾਂ ਨਾਲ? ਬਿਲਕੁਲ ਕਰਨਗੇ ਜੀ, ਕਿਉਂਕਿ ਅਸੀਂ ਆਪਣੇ ਆਪ ਨੂੰ MLA ਬਣ ਵੀ ਜਾਈਏ, MLA ਨਹੀਂ ਸਮਝਾਂਗੇ। ਅਸੀਂ ਆਪਣੇ ਆਪ ਨੂੰ ਉਹ ਸਮਝਾਂਗੇ ਵੀ ਉਹੀ ਕਿਸਾਨ ਮਜ਼ਦੂਰ ਆ ਅਸੀਂ, ਤੇ ਅਸੀਂ ਤਗੜੇ ਹੋ ਕੇ ਜਿੱਥੇ ਸਾਡੀ ਨਹੀਂ ਮੰਨੀ ਜਾਊਗੀ ਉੱਥੇ ਅਸੀਂ ਨਾਲ ਦਰੀ ਲੈ ਕੇ ਬਰਾਬਰ ਵਿਆਹ ਕਰਾਂਗੇ, ਗਾੜੀ ਹੋ ਕੇ ਰੌਲਾ ਪਾਇਆ ਕਰਾਂਗੇ। ਤੇ ਆਪਣੇ ਕਿਸਾਨਾਂ ਨੂੰ ਸਗੋਂ ਆਪ ਕਵਾਂਗੇ ਵੀ ਆਓ, ਇੱਥੇ ਸਾਡੀ ਨਹੀਂ ਕੋਈ ਮੰਨਦਾ। ਹੁਣ ਅਸੀਂ ਭਾਵੇਂ MLA ਤੁਸੀਂ ਸਾਨੂੰ ਬਣਾਤਾ ਤਾਂ ਵੀ ਨਹੀਂ ਸਾਡੇ ਲੋਕ ਮੰਨਣ ਦੇ, ਆਓ ਅਸੀਂ ਦਰੀ ਤੁਹਾਡੇ ਅਗਲੇ ਬੰਨੇ ਵਿਛਾਉਂਦੇ ਆ, ਵੱਧ ਤੋਂ ਵੱਧ ਸਾਰੇ ਨਾਰੇ ਲਾਵਾਂਗੇ ਤੇ ਤੁਹਾਡੀਆਂ ਮੰਗਾਂ ਇੱਥੇ ਮਨਾਵਾਂਗੇ। ਸਾਨੂੰ ਪਤਾ ਲੱਗ ਜੂਗਾ ਵੀ ਇਹ ਸਾਡੇ ਉੱਤੇ ਕਿਹੜਾ ਕਾਨੂੰਨ ਲਾਗੂ ਕਰਨ ਲੱਗੇ ਆ, ਕਿਹੜਾ ਸਾਡੇ ਉੱਤੇ ਗਲਤ ਆ ਰਿਹਾ ਵਾ। ਇਹ ਕਰਕੇ ਹੀ ਇਹ ਇਲੈਕਸ਼ਨ ਦੇ ਮੈਦਾਨ 'ਚ ਉਤਰੇ ਆ ਵੀ ਕੁਝ ਬੰਦੇ ਸਾਡੇ ਅੰਦਰ ਵੀ ਜਾਣ, ਇਹ ਵਿਧਾਨ ਸਭਾ 'ਚ ਵੀ ਗੂੰਜਣ, ਵੀ ਪੁੱਛਣ ਜਾ ਕੇ ਇਹਨਾਂ ਨੂੰ ਵੀ ਤੁਸੀਂ ਸਾਡੇ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਆੜ੍ਹਤੀਆਂ ਵਾਸਤੇ, ਸਾਡੇ ਸੰਯੁਕਤ ਜਿਹੜਾ ਸਮਾਜ ਸਮਾਜ ਵਾਸਤੇ ਕੀ ਕਰ ਰਹੀ ਹੋ। ਇਹਦੇ ਵਾਸਤੇ ਅਸੀਂ ਬਿਲਕੁਲ ਤਿਆਰ ਆ। ਉਸੇ ਤਰ੍ਹਾਂ ਹੀ ਨਾਰੇ ਲਾਵਾਂਗੇ, ਉਸੇ ਤਰ੍ਹਾਂ ਹੀ ਜਿਹੜੇ ਆ ਉਹ ਦਰੀਆਂ ਵਿਛਾ ਕੇ ਬਵਾਂਗੇ। ਜਿਹੜਾ ਵੀ ਸਾਡੇ ਨਾਲ ਧੱਕਾ ਹੋਊਗਾ ਹੋਣ ਨਹੀਂ ਦੇਵਾਂਗੇ ਧੱਕਾ। ਬਿਲਕੁਲ ਜੀ, ਇਹਨਾਂ ਦਾ ਮੰਨਣਾ ਹੈ ਕਿ ਡੰਡਾ ਤੇ ਡੰਡੇ ਦੇ ਵਿੱਚ ਝੰਡਾ ਸਾਡਾ ਜਿਹੜਾ ਉਹ ਬਿਲਕੁਲ ਪਰਮਾਨੈਂਟ ਇਹਨਾਂ ਨੇ ਫਲੈਕਸ ਮੋਡ ਤੇ ਲਾ ਲਿਆ ਹੈਗਾ। ਚਾਹੇ MLA ਬਣ ਜਾਣ ਤੇ ਚਾਹੇ ਫਿਰ ਪ੍ਰਮਾਤਮਾ ਕਰੇ ਕਿ ਆਉਣ ਵਾਲੇ ਸਮੇਂ 'ਚ ਮੰਤਰੀ ਬਣ ਜਾਣ, ਤੇ ਪਰ ਇਹ ਉਸੇ ਤਰ੍ਹਾਂ ਕਿਸਾਨੀ ਘੋਲ ਜਿਹੜਾ ਉਸੇ ਤਰ੍ਹਾਂ ਲੜਦੇ ਰਹਿਣਗੇ। ਸੋ ਰਾਜੂ ਵੀਰ ਜੀ, ਸੌਰੀ ਬਲਵਿੰਦਰ ਸਿੰਘ ਔਲਖ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਕਿਉਂਕਿ ਸਮਾਂ ਬਹੁਤ ਥੋੜਾ ਹੈ ਔਰ ਲੋਕਾਂ ਦੇ ਨਾਲ ਵੀ ਰਾਬਤਾ ਕਾਇਮ ਕਰਨਾ ਹੁੰਦਾ ਹੈ। ਔਰ ਦਰਸ਼ਕੋ, ਇਹਨਾਂ ਨੂੰ ਅੱਜ ਅਸੀਂ ਫੜਿਆ ਕਿਉਂਕਿ ਇਹ ਗੱਡੀ ਤੇ ਜਾ ਰਹੇ ਸੀ ਤੇ ਗੱਡੀ ਦੇ ਵਿੱਚ ਬੈਠਿਆ ਹੀ ਇਹਨਾਂ ਨੇ ਜਿੰਨਾ ਕੁ ਤੁਹਾਡੇ ਨਾਲ ਸਾਂਝ ਪਾ ਸਕੇ ਉਸ ਕਬੂਲ ਕਰਨਾ। ਸਾਰਾ ਕੁਝ ਇਹਨਾਂ ਨੇ ਖੁਲਾਸਾ ਕਰ ਦਿੱਤਾ ਹੈ।
ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਜੇਕਰ ਇਹ ਪਾਵਰ ਦੇ ਵਿੱਚ ਆਉਂਦੇ ਨੇ ਤੇ ਇਹ ਕੀ ਕੁਝ ਕਰਨਗੇ, ਇਹਨਾਂ ਨੇ ਆਪਣੇ ਏਜੰਡੇ ਦੇ ਖੁਲਾਸੇ ਕਰ ਦਿੱਤੇ ਨੇ। ਸੋ ਬਟਾਲਾ ਹਲਕਾ ਦੇ ਵਾਸੀਆਂ ਨੂੰ ਅਸੀਂ ਟੀਵੀ ਚੈਨਲ ਵੱਲੋਂ, ਇਚਕਈਆ ਟੀਵੀ ਚੈਨਲ ਵੱਲੋਂ ਪੁਰਜੋਰ ਅਪੀਲ ਕਰਦੇ ਹਾਂ, ਖਾਸ ਕਰ NRIs ਵੱਲੋਂ ਜਿਹੜਾ ਤੁਹਾਡਾ ਭਲਾ ਚਾਹੁੰਦੇ ਨੇ, ਹਰ ਵਕਤ ਤੁਹਾਡੇ ਨਾਲ ਖੜਦੇ ਨੇ, ਉਹ ਬਲਵਿੰਦਰ ਸਿੰਘ ਔਲਖ ਦੇ ਹੱਕ ਦੇ ਵਿੱਚ ਤੁਹਾਨੂੰ ਅਪੀਲ ਕਰਦੇ ਨੇ ਕਿ ਇਸ ਨੌਜਵਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੇ ਮਾਰਜਨ ਦੇ ਨਾਲ ਜਿਤਾਓ, ਸੰਯੁਕਤ ਸਮਾਜ ਮੋਰਚੇ ਦਾ ਸਾਥ ਦਿਓ। ਔਰ ਤੁਸੀਂ ਸੰਯੁਕਤ ਸਮਾਜ ਮੋਰਚੇ ਦਾ ਸਾਥ ਨਹੀਂ ਦੇ ਰਹੇ, ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬ ਦੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਵਾਸਤੇ ਪਹਿਲਾ ਕਦਮ ਪੁੱਟੋਗੇ। ਸੋ ਪੁਰਜੋਰ ਅਪੀਲ ਹੈ ਬਟਾਲਾ ਵਾਸੀਆਂ ਨੂੰ ਕਿ ਅਜਿਹੇ ਨੌਜਵਾਨ ਦਾ ਸਾਥ ਦੇ ਕੇ ਆਓ ਪੰਜਾਬ ਨੂੰ ਬਚਾਈਏ, ਪੰਜਾਬ ਦੀ ਜਵਾਨੀ ਨੂੰ ਬਚਾਈਏ, ਪੰਜਾਬ ਦੇ ਰੋਜ਼ਗਾਰ ਨੂੰ ਬਚਾਈਏ, ਪੰਜਾਬ ਦੀ ਹੈਲਥ ਨੂੰ ਬਚਾਈਏ। ਇਹਨਾਂ ਦੇ ਨਾਲ ਹੀ ਆਪਾਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਬਹੁਤ ਬਹੁਤ ਸ਼ੁਕਰੀਆ ਵਿੱਚ ਤੁਹਾਡਾ, ਥੈਂਕ ਯੂ ਸੋ ਮਚ। ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਧੰਨਵਾਦ।